ਗੁੱਡ ਮਾਰਨਿੰਗ ਆਲ। ਉਮੀਦ ਕਰਦੇ ਹਾਂ ਕਿ ਸਾਰੇ ਬੱਚੇ ਆਪਣੇ ਘਰਾਂ 'ਚ ਸੇਫ ਹੋਣਗੇ ਅਤੇ ਬਹੁਤ ਵਧੀਆ ਹੋਣਗੇ। ਸੋ ਇਸ ਲੈਕਚਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੋ ਵੀਡੀਓ ਲੈਕਚਰਸ ਆਲਰੇਡੀ ਅਸੀਂ ਰਿਕਾਰਡ ਕਰਕੇ ਚੈਨਲ ਦੇ ਉੱਪਰ ਪਾ ਚੁੱਕੇ ਹਾਂ। ਜੇ ਕਿਸੇ ਵਿਦਿਆਰਥੀ ਨੇ ਉਹ ਦੋ ਵੀਡੀਓਜ਼ ਹਾਲੇ ਤੱਕ ਨਹੀਂ ਦੇਖੀਆਂ ਤਾਂ ਇਸ ਥਰਡ ਲੈਕਚਰ ਨੂੰ ਦੇਖਣ ਤੋਂ ਪਹਿਲਾਂ ਉਹਨਾਂ ਦੋਨਾਂ ਵੀਡੀਓਜ਼ ਨੂੰ ਜ਼ਰੂਰ ਦੇਖਿਆ ਜਾਵੇ। ਮਨਪ੍ਰੀਤ ਮੈਮ ਦੇ ਬਿਹਾਫ ਦੇ ਉੱਪਰ ਅੱਜ ਅਸੀਂ ਤੀਸਰਾ ਵੀਡੀਓ ਲੈਕਚਰ ਸ਼ੇਅਰ ਕਰਨ ਜਾ ਰਹੇ ਹਾਂ। ਐਕਚੁਅਲ ਦੇ ਵਿੱਚ ਕੀ ਹੈ ਕਿ ਜਿਹੜੀ ਬੇਟਾ ਫਿਜ਼ਿਕਸ ਹੈ, ਜੇ ਤਾਂ ਆਪਾਂ ਬਹੁਤ ਜ਼ਿਆਦਾ ਡਿਟੇਲ ਦੀ ਗੱਲ ਕਰੀਏ ਤਾਂ ਜਿਸ ਦਿਨ ਤੁਹਾਡੀਆਂ ਲੋਕਡਾਊਨ ਤੋਂ ਬਾਅਦ ਕਲਾਸਿਸ ਸਟਾਰਟ ਹੋਣਗੀਆਂ ਆਪਾਂ ਉੱਥੇ ਹਰ ਇੱਕ ਚੀਜ਼ ਨੂੰ ਬਹੁਤ ਡਿਟੇਲਡ ਕਰਾਂਗੇ। ਬਟ ਫਿਲਹਾਲ ਜਿਹੜਾ 1-1.5-2 ਮਹੀਨੇ ਆਪਣਾ ਜਿੰਨਾ ਟਾਈਮ ਵੀ ਹਾਲੇ ਲੋਕਡਾਊਨ ਹੈ, ਮੇਰੀ ਸਿਰਫ ਦਿਲੀ ਇੱਛਾ ਇਹ ਹੈ, ਮੈਂ ਚਾਹੁੰਦਾ ਕਿ ਹਰ ਇੰਪੋਰਟੈਂਟ ਟੌਪਿਕ ਦੇ ਪ੍ਰਤੀ ਤੁਹਾਡੀ ਇੱਕ ਸਮਝ ਡਿਵੈਲਪ ਹੋ ਜੇ ਔਰ ਤੁਹਾਨੂੰ ਇੱਕ ਮੋਟਾ ਜਿਹਾ ਆਈਡੀਆ ਹੋ ਜੇ ਕਿ ਸਾਡੀ ਫਿਜ਼ਿਕਸ ਦੇ ਵਿੱਚ ਜਿੰਨੇ ਵੀ ਟੌਪਿਕਸ ਨੇ ਉਹਨਾਂ ਟੌਪਿਕਸ ਦੇ ਵਿੱਚ ਮੇਨ ਚੀਜ਼ਾਂ ਕਿਹੜੀਆਂ ਨੇ, ਅਸੀਂ ਕੀ ਪੜ੍ਹਨ ਵਾਲੇ ਹਾਂ। ਉਹ ਸਭ ਕੋਸ਼ਿਸ਼ ਆਪਣਾ ਜੋ ਇਹ ਲੈਕਚਰ ਸੀਰੀਜ਼ ਚੱਲ ਰਹੀ ਹੈ ਇਸ ਦੇ ਪਿੱਛੇ ਮੇਨ ਮੋਟਿਵ ਆਪਣਾ ਇੱਕੋ ਹੀ ਹੈ ਕਿ ਜਿੰਨੀ ਆਪਣੀ ਕੰਪਲੀਟ ਫਿਜ਼ਿਕਸ ਹੈ ਉਹਦੇ ਜਿੰਨੇ ਮੋਸਟ ਇੰਪੋਰਟੈਂਟ ਟੌਪਿਕਸ ਨੇ ਉਹਨਾਂ ਦੇ ਰਿਗਾਰਡਿੰਗ ਤੁਹਾਨੂੰ ਹਰ ਛੋਟੀ ਤੋਂ ਵੱਡੀ ਗੱਲ ਕਲੀਅਰ ਹੋ ਜੇ। ਸੋ ਹੁਣ ਜੇ ਅਸੀਂ ਗੱਲ ਕਰੀਏ ਯੂਨਿਟ 1 ਤਾਂ ਜਿਹੜਾ ਸਾਡਾ ਚੈਪਟਰ 1A ਹੈ ਉਸ ਚੈਪਟਰ ਦਾ ਹੀ ਨਾਮ ਹੈ ਕੂਲਮਸ ਲਾਅ, ਅਤੇ ਅੱਜ ਅਸੀਂ ਉਹੀ ਇੰਪੋਰਟੈਂਟ ਲੈਕਚਰ ਨੂੰ ਡਿਸਕਸ ਕਰਨ ਵਾਲੇ ਹਾਂ। ਸਾਡਾ ਅੱਜ ਦਾ ਲੈਕਚਰ ਇੰਨਾ ਕੋਈ ਇੰਪੋਰਟੈਂਟ ਹੈ ਕਿ ਜਿਸ ਦਿਨ ਤੁਸੀਂ ਐਗਜ਼ਾਮ ਦੇ ਵਿੱਚ ਬੈਠੋਗੇ, ਚਾਹੇ ਪੰਜਾਬ ਬੋਰਡ ਹੈ, ਚਾਹੇ CBSE ਬੋਰਡ ਹੈ, ਚਾਹੇ ICSE ਬੋਰਡ ਹੈ, ਇਹ ਟੌਪਿਕ ਇੱਕ ਐਵੇਂ ਦਾ ਟੌਪਿਕ ਹੈ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਇਸ ਟੌਪਿਕ ਦੇ ਵਿੱਚੋਂ ਕੋਈ ਵੀ ਕੁਐਸਚਨ ਨਾ ਆਵੇ। ਹੋ ਸਕਦਾ ਐਗਜ਼ਾਮ ਦੇ ਵਿੱਚ ਕੋਈ ਕਨਸੈਪਚੁਅਲ ਆ ਜੇ, ਹੋ ਸਕਦਾ ਐਗਜ਼ਾਮ ਦੇ ਵਿੱਚ ਇਸ ਦੇ ਬੇਸ 'ਤੇ ਕੋਈ ਨਿਊਮੈਰੀਕਲ ਆ ਜੇ, ਮੇਬੀ ਇਸ ਦੇ ਬੇਸ 'ਤੇ ਕੋਈ 3 ਔਰ 4 ਮਾਰਕਸ ਦਾ ਆਰਟੀਕਲ ਵੀ ਆ ਸਕਦਾ ਹੈ। ਸੋ ਹੁਣ ਅਸੀਂ ਹਰ ਛੋਟੀ ਤੋਂ ਵੱਡੀ ਚੀਜ਼ ਨੂੰ ਡਿਸਕਸ ਕਰਾਂਗੇ ਅਤੇ ਕੂਲਮ ਲਾਅ ਦੇ ਉੱਪਰ 2 ਵੀਡੀਓਜ਼ ਰਿਕਾਰਡ ਕੀਤੀਆਂ ਜਾਣਗੀਆਂ। ਪਹਿਲੀ ਵੀਡੀਓ ਜਿਹੜੀ ਆਪਾਂ ਅੱਜ ਡਿਸਕਸ ਕਰਾਂਗੇ ਇਸ ਦੇ ਅੰਦਰ ਕੂਲਮ ਲਾਅ ਕੀ ਹੈ, ਬੇਸਿਕ ਹੈ, ਕੂਲਮ ਲਾਅ ਕਿਵੇਂ ਬਣਿਆ ਹੈ, ਇਹਦੀਆਂ 2 ਸਿੰਪਲ ਜਿਹੀਆਂ ਫਾਰਮ, ਇਹਦੀ ਸਕੇਲਰ ਫਾਰਮ ਅਤੇ ਇਸਦੀ ਵੈਕਟਰ ਫਾਰਮ, ਐਂਡ ਉਹਨਾਂ ਦੇ ਉੱਪਰ ਕਿਸ ਟਾਈਪ ਦੇ ਨਿਊਮੈਰੀਕਲਸ ਆਉਣਗੇ। ਸੋ ਸਾਰੀਆਂ ਗੱਲਾਂ ਅੱਜ ਅਸੀਂ ਇਸ ਵੀਡੀਓ ਲੈਕਚਰ ਦੇ ਵਿੱਚ ਸ਼ੂਟ ਕਰਾਂਗੇ। ਸਾਰੇ ਬੱਚੇ ਪੂਰੀ ਪੇਸ਼ੈਂਸ ਬਣਾ ਕੇ ਸ਼ਾਂਤੀ ਨਾਲ ਇੱਕ ਵਾਰ 2 ਵਾਰ ਇਸ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਇਸ ਵੀਡੀਓ ਦੇ ਅੰਦਰ ਜੋ ਕੁਝ ਤੁਹਾਨੂੰ ਮਿਲਦਾ ਹੈ ਨੋਟਸ ਤੋਂ ਹਟ ਕੇ, ਨੋਟਸ ਤੁਹਾਡੇ ਨਾਲ ਆਲਰੇਡੀ ਸ਼ੇਅਰ ਕੀਤੇ ਜਾ ਚੁੱਕੇ ਨੇ, ਤਾਂ ਇੱਕ ਕਾਪੀ ਪੈਨ ਲੈ ਕੇ ਉਸ ਚੀਜ਼ ਨੂੰ ਨਾਲ ਨੋਟ ਕਰਦੇ ਰਹੋ। ਸੋ ਹੁਣ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਚੱਲਦੇ ਹਾਂ ਆਪਣੇ ਅੱਜ ਤੋਂ ਸਭ ਤੋਂ ਮੇਨ ਟੌਪਿਕ 'ਤੇ, ਜਿਸ ਟੌਪਿਕ ਦਾ ਨਾਮ ਹੈ ਕੂਲਮਸ ਲਾਅ। ਤਾਂ ਬੱਚੇ ਕੂਲਮ ਲਾਅ ਨੂੰ ਪੜ੍ਹਨ ਤੋਂ ਪਹਿਲਾਂ ਕੁਝ ਬੇਸਿਕ ਗੱਲਾਂ ਨੇ ਜਿਹੜੀਆਂ ਸਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਨੇ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਯਾਦ ਰੱਖਿਓ ਕਿ ਕੂਲਮ ਇੱਕ ਸਾਇੰਟਿਸਟ ਦਾ ਨਾਮ ਹੈ ਔਰ ਇੱਕ ਉਹ ਸਾਇੰਟਿਸਟ ਜਿਸ ਨੇ ਇੱਕ ਇੰਨਾ ਖੂਬਸੂਰਤ ਲਾਅ ਕ੍ਰੀਏਟ ਕੀਤਾ ਕਿ ਸਾਡੀ ਇਲੈਕਟ੍ਰੋਸਟੈਟਿਕ ਦੇ ਜਿੰਨੇ ਵੀ ਆਰਟੀਕਲ ਨੇ ਖਤਮ ਕਿਤੇ ਵੀ ਹੋਣ, ਬਟ ਇਹ ਜਦੋਂ ਵੀ ਸਟਾਰਟ ਹੋਣਗੇ ਇਹ ਕੂਲਮਸ ਲਾਅ ਤੋਂ ਹੀ ਸਟਾਰਟ ਹੋਣਗੇ। ਚੈਪਟਰ 1A 1B 1C ਜਾਂ ਜਿੰਨੇ ਵੀ ਆਰਟੀਕਲ ਆਪਾਂ ਕਰਾਂਗੇ ਨਾ, ਨੋਟ ਕਰੋ, ਜਦੋਂ ਅਸੀਂ ਕੋਈ ਵੀ ਆਰਟੀਕਲ ਸ਼ੁਰੂ ਕਰਿਆ ਕਰਾਂਗੇ ਸਾਡਾ ਆਰਟੀਕਲ ਖਤਮ ਕਿਤੇ ਵੀ ਹੋਵੇ ਬਟ ਉਸਨੇ ਸਟਾਰਟ ਹਮੇਸ਼ਾ ਕੂਲਮਸ ਲਾਅ ਤੋਂ ਹੀ ਹੋਣਾ ਹੈ। ਬਟ ਇੱਥੇ ਮੈਂ ਗੱਲ ਕਲੀਅਰ ਕਰਾਂ ਕਿ ਜਿਹੜਾ ਕੂਲਮਸ ਲਾਅ ਹੈ ਇਸ ਦੇ ਪਿੱਛੇ ਵੀ ਇੱਕ ਹਿਸਟਰੀ ਹੈ। ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ। ਜੇ ਕੋਈ ਸਾਨੂੰ ਕਵੇ ਆਦਿ ਗ੍ਰੰਥ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਸ ਨੇ ਕੀਤੀ, ਤਾਂ ਬੱਚਿਓ ਅਸੀਂ ਅਕਸਰ ਬੋਲਦੇ ਹਾਂ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ। ਬਟ ਕੀ ਉਸ ਪਵਿੱਤਰ ਗ੍ਰੰਥ ਦੇ ਵਿੱਚ ਜਿੰਨੀ ਵੀ ਬਾਣੀ ਦਰਜ ਹੈ ਕੀ ਉਹ ਸਿਰਫ ਗੁਰੂ ਅਰਜਨ ਦੇਵ ਜੀ ਦੀ ਹੈ? ਦੈਨ ਆਨਸਰ ਇਜ਼ ਨੋ। ਪਹਿਲੀ ਪਾਤਸ਼ਾਹੀ, ਦੂਸਰੀ ਪਾਤਸ਼ਾਹੀ, ਮਤਲਬ ਉਹਨਾਂ ਤੋਂ ਪਹਿਲਾਂ ਵੀ ਜਿੰਨੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਨੇ ਜਿੰਨੀ ਬਾਣੀ ਲਿਖੀ ਹੈ ਉਹ ਵੀ ਤਾਂ ਸਾਰੀ ਉਸ ਪਵਿੱਤਰ ਗ੍ਰੰਥ ਦੇ ਵਿੱਚ ਦਰਜ ਹੈ। ਬਸ ਸੇਮ ਇੱਥੇ ਹੈ, ਜੇ ਅਸੀਂ ਕਹੀਏ ਕੂਲਮਸ ਲਾਅ ਸਿਰਫ ਇਕੱਲੇ ਕੂਲਮ ਦਾ ਹੀ ਕ੍ਰੀਏਟ ਕੀਤਾ ਹੋਇਆ ਲਾਅ ਹੈ, ਐਵੇਂ ਨਹੀਂ ਹੈ। ਤਾਂ ਪਹਿਲਾਂ ਆਪਾਂ ਥੋੜ੍ਹਾ ਹਿਸਟਰੀ 'ਤੇ ਚੱਲਦੇ ਹਾਂ। ਜਿਵੇਂ ਕੋਈ ਮੈਨੂੰ ਪੁੱਛੇ ਕਿ ਸਰ ਚਾਰਜ ਨੂੰ ਡਿਸਕਵਰ ਕਿਸ ਨੇ ਕੀਤਾ ਹੈ, ਤਾਂ ਆਨਸਰ ਆਉਂਦਾ ਹੈ ਡਿਊਫਾ। ਹੁਣ ਦੇਖੋ, ਕੂਲਮ ਲਾਅ ਚਾਰਜ ਦੀ ਗੱਲ ਕਰਦਾ ਹੈ ਪਰ ਚਾਰਜ ਦੀ ਡਿਸਕਵਰੀ ਕੂਲਮ ਨੇ ਥੋੜ੍ਹਾ ਕੀਤੀ ਹੈ, ਉਹ ਡਿਸਕਵਰੀ ਕੀਤੀ ਹੈ ਡਿਊਫਾ। ਸੇਮ ਟੂ ਸੇਮ ਕੋਈ ਮੈਨੂੰ ਪੁੱਛੇ ਕਿ ਉਹ ਕੌਣ ਸੀ ਜਿਸ ਨੇ ਚਾਰਜ ਨੂੰ ਐਲਜਬਰਿਕ ਸਾਈਨ ਦਿੱਤੇ ਪਲੱਸ ਮਾਈਨਸ, ਬੈਨਜ਼ਾਮਿਨ ਫਰੈਂਕਲਿਨ। ਕੋਈ ਮੈਨੂੰ ਪੁੱਛੇ ਜੀ ਉਹ ਕੌਣ ਸੀ ਜਿਸ ਨੇ ਪਹਿਲੀ ਵਾਰ ਗੱਲ ਕੀਤੀ ਸੀ ਕਿ ਚਾਰਜਸ ਦੇ ਵਿਚਕਾਰ ਇੱਕ ਫੋਰਸ ਹੁੰਦੀ ਹੈ, ਤਾਂ ਆਨਸਰ ਇਜ਼ ਬੈਨਜ਼ਾਮਿਨ ਫਰੈਂਕਲਿਨ। ਸੋ ਪਹਿਲਾਂ ਆਪਾਂ ਥੋੜ੍ਹਾ ਹਿਸਟਰੀ 'ਤੇ ਗੌਰ ਕਰੀਏ, ਕੌਣ ਸੀ, ਕਿਸ ਨੇ ਕੀ ਕਿਹਾ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕੂਲਮਸ ਲਾਅ ਦੀ। ਤਾਂ ਬੇਟਾ ਸਭ ਤੋਂ ਪਹਿਲੀ ਗੱਲ ਅਸੀਂ ਗੱਲ ਕਰਦੇ ਹਾਂ ਬੈਨਜ਼ਾਮਿਨ ਫਰੈਂਕਲਿਨ ਸਾਹਿਬ ਦੀ। ਹੁਣ ਉਹਨਾਂ ਨੇ ਕੀ ਕਿਹਾ, ਗੌਰ ਕਰਿਓ। ਉਹ ਕਹਿੰਦੇ ਜੀ ਸਪੋਜ਼ ਕਰੋ ਤੁਹਾਡੇ ਕੋਲ 2 ਚਾਰਜ ਨੇ, ਪਹਿਲਾ ਚਾਰਜ ਹੈ ਮੰਨ ਲਓ Q1 ਔਰ ਦੂਸਰਾ ਚਾਰਜ ਹੈ Q2। ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ ਪੋਜ਼ੀਟਿਵ ਨੇ ਨੈਗੇਟਿਵ ਨੇ, ਬਸ 2 ਚਾਰਜ ਨੇ। ਤਾਂ ਪਹਿਲੀ ਵਰਡਿੰਗ ਉਹਨਾਂ ਨੇ ਬੋਲੀ, ਕਹਿੰਦੇ ਜਿੱਥੇ 2 ਚਾਰਜ ਹੁੰਦੇ ਨੇ ਉਹਨਾਂ ਦੋਨਾਂ ਦੇ ਵਿਚਕਾਰ ਇੱਕ ਫੋਰਸ ਜ਼ਰੂਰ ਹੋਊਗੀ। ਮਤਲਬ ਮੁੱਕਦੀ ਗੱਲ, ਜਿੱਥੇ ਵੀ ਕਿਤੇ ਯੂਨੀਵਰਸ ਅੰਦਰ 2 ਚਾਰਜ ਹੋਣਗੇ ਤਾਂ ਉਹਨਾਂ ਦੇ ਵਿਚਕਾਰ ਫੋਰਸ ਨੇ ਹੋਣਾ ਹੀ ਹੋਣਾ ਹੈ। ਹਾਂ, ਫੋਰਸ ਅਟਰੈਕਟਿਵ ਵੀ ਹੋ ਸਕਦੀ ਹੈ
ਤੇ ਜਿਹੜੀ ਇਹ ਫੋਰਸ ਹੈ ਇਹ ਰਿਪਲਸਿਵ ਵੀ ਹੋ ਸਕਦੀ ਹੈ। ਤਾਂ ਫੋਰਸ ਕਿਵੇਂ ਦੀ ਹੋ ਸਕਦੀ ਹੈ? ਅਟਰੈਕਟਿਵ ਹੋ ਸਕਦੀ ਹੈ। ਫੋਰਸ ਕਿਵੇਂ ਦੀ ਹੋ ਸਕਦੀ ਹੈ? ਰਿਪਲਸਿਵ ਵੀ ਹੋ ਸਕਦੀ ਹੈ। ਹੁਣ ਉਸ ਵਕਤ ਦੇ ਲੋਕਾਂ ਨੇ ਫਰੈਂਕਲਿਨ ਸਾਹਿਬ ਨੂੰ ਕੁਐਸਚਨ ਕੀਤਾ ਕਿ ਜੀ ਇਹ ਦੱਸੋ ਕਿ ਫੋਰਸ ਅਟਰੈਕਟਿਵ ਕਦੋਂ ਹੋਊਗੀ ਤੇ ਰਿਪਲਸਿਵ ਕਦੋਂ? ਤਾਂ ਉਹਨਾਂ ਨੇ ਇੱਕ ਬੜਾ ਸੋਹਣਾ ਆਨਸਰ ਦਿੱਤਾ ਤੇ ਉਸੇ ਆਨਸਰ ਦੇ ਬੇਸ ਤੇ ਤੁਹਾਡੀ ਬੁੱਕ ਤੇ 2 ਕਨਸੈਪਚੁਅਲ ਵੀ ਪਏ ਨੇ, ਆਪਣੇ ਵਿੱਚ ਹੀ ਕਵਰ ਹੋਣਗੇ। ਹੁਣ ਦੇਖੋ ਉਹਨਾਂ ਨੇ ਕੀ ਕਿਹਾ। ਉਹ ਕਹਿੰਦੇ ਜੀ ਸਿੰਪਲ ਜੀ ਗੱਲ ਹੈ, ਜਿਹੜੇ ਤੁਹਾਡੇ 2 ਚਾਰਜ ਨੇ ਤੁਸੀਂ ਇਹਨਾਂ ਨੂੰ ਮਲਟੀਪਲਾਈ ਕਰ ਲਓ। ਪਹਿਲਾ ਚਾਰਜ ਹੈ Q1 Q2, ਦੂਸਰਾ ਚਾਰਜ ਕੀ ਹੈ Q1 Q2। ਕੁਛ ਨਹੀਂ ਕਰਨਾ, ਇਹਨਾਂ ਦੋਨੋਂ ਨੂੰ ਮਲਟੀਪਲਾਈ ਕਰ ਲਓ। ਕਹਿੰਦੇ ਜੇ ਤਾਂ ਇਹਨਾਂ ਦੀ ਪ੍ਰੋਡਕਟ 0 ਤੋਂ ਵੱਡੀ ਆ ਗਈ ਤਾਂ ਜਿਹੜੀ ਫੋਰਸ ਹੋਊਗੀ ਉਹ ਨਾ ਰਿਪਲਸਿਵ ਹੋਊਗੀ, ਤੇ ਕਹਿੰਦੇ ਜੇ ਇਹਨਾਂ ਦੀ ਪ੍ਰੋਡਕਟ 0 ਤੋਂ ਆ ਗਈ ਛੋਟੀ ਤਾਂ ਜਿਹੜੀ ਫੋਰਸ ਹੋਊਗੀ ਉਹ ਅਟਰੈਕਟਿਵ ਹੋਊਗੀ। ਹੁਣ ਇੱਥੇ 2 ਗੱਲਾਂ। ਪਹਿਲੀ ਗੱਲ ਇਹ ਤੁਹਾਡੀ ਬੁੱਕ ਦੇ ਉੱਪਰ ਕੁਐਸਚਨ ਹੈ, ਆਪਣੀ ਬੁੱਕ ਤੇ ਕਨਸੈਪਚੁਅਲ ਦਿੱਤਾ ਹੋਇਆ ਹੈ। ਕਹਿੰਦੇ ਜੇ Q1 Q2 ਗ੍ਰੇਟਰ ਦੈਨ 0 ਹੋਵੇ ਇਹਦਾ ਕੀ ਮਤਲਬ ਹੁੰਦਾ ਹੈ? ਤਾਂ ਮਤਲਬ ਕੀ ਹੈ ਜੀ? ਫੋਰਸ ਰਿਪਲਸਿਵ ਹੈ। ਸੈਕੰਡ ਕੁਐਸਚਨ ਆਪਣੀ ਬੁੱਕ ਤੇ ਹੈ, ਕਹਿੰਦੇ ਜੇ Q1 Q2 ਲੈਸ ਦੈਨ 0 ਹੋਵੇ ਇਹਦਾ ਕੀ ਮਤਲਬ ਹੈ? ਤਾਂ ਇਸਦਾ ਕੀ ਮਤਲਬ ਹੈ ਕਿ ਫੋਰਸ ਕਿਵੇਂ ਦੀ ਹੋਊਗੀ? ਅਟਰੈਕਟਿਵ ਹੋਊਗੀ। ਬਟ ਹੁਣ ਅਸੀਂ ਇਸ ਚੀਜ਼ ਨੂੰ ਸਮਝਦੇ ਹਾਂ ਕਿ ਪ੍ਰੋਡਕਟ ਦੇ 0 ਤੋਂ ਵੱਡੇ ਹੋਣ ਨਾਲ ਫੋਰਸ ਰਿਪਲਸਿਵ ਕਿਵੇਂ ਹੋ ਜਾਂਦੀ ਹੈ, ਪ੍ਰੋਡਕਟ ਦੇ 0 ਤੋਂ ਘੱਟ ਹੋਣ ਨਾਲ ਫੋਰਸ ਅਟਰੈਕਟਿਵ ਕਿਵੇਂ ਹੋ ਜਾਂਦੀ ਹੈ। ਦੇਖੋ 10th ਕਲਾਸ ਤੱਕ ਇੱਕ ਗੱਲ ਤੁਸੀਂ ਆਲਰੇਡੀ ਪੜ੍ਹੀ ਹੋਈ ਹੈ ਕਿ ਜਿਹੜੇ ਸਿਮਿਲਰ ਚਾਰਜ ਨੇ, ਇੱਕੋ ਜਿਹੇ ਚਾਰਜ ਨੇ, ਉਹ ਇੱਕ ਦੂਜੇ ਨੂੰ ਰਿਪੈਲ ਕਰਦੇ ਨੇ, ਤੇ ਜਿਹੜੇ ਅਨਲਾਈਕ ਚਾਰਜ ਨੇ, ਅਲੱਗ ਦੇ ਚਾਰਜ ਨੇ, ਇੱਕ ਪੋਜ਼ਿਟਿਵ ਤੇ ਦੂਜਾ ਨੈਗੇਟਿਵ, ਉਹ ਇੱਕ ਦੂਜੇ ਨੂੰ ਕੀ ਕਰਦੇ ਨੇ? ਅਟਰੈਕਟ। ਹੁਣ ਇਸੇ ਚੀਜ਼ ਦੇ ਬੇਸ ਤੇ ਹੀ ਤੁਹਾਡਾ ਇੱਕ ਕਨਸੈਪਟ ਸੋਲਵ ਹੋਣਾ ਹੈ। ਦੇਖੋ ਕਿਵੇਂ। ਮੰਨ ਲਓ ਬੇਟਾ ਮੇਰੇ ਕੋਲ 2 ਚਾਰਜ ਨੇ, ਇੱਕ Q1 ਹੈ ਤੇ ਇੱਕ Q2 ਹੈ। ਪਹਿਲੇ ਕੇਸ ਅੰਦਰ ਕੀ ਹੈ? ਪਹਿਲਾ ਚਾਰਜ ਹੈ +2 ਪੋਜ਼ਿਟਿਵ 2 ਤੇ ਬੇਟਾ ਦੂਸਰਾ ਚਾਰਜ ਹੈ +3, ਮਤਲਬ ਦੋਨੋਂ ਹੀ ਪੋਜ਼ਿਟਿਵ ਨੇ, ਤੇ ਇੱਕ 2 ਹੈ ਤੇ ਦੂਜਾ 3 ਹੈ। ਇਹ ਵੀ ਹੋ ਸਕਦਾ ਹੈ ਪਹਿਲਾ ਚਾਰਜ ਹੋਵੇ -2 ਤੇ ਦੂਸਰਾ ਚਾਰਜ ਹੋਵੇ -3, ਮਤਲਬ ਦੋਨੋਂ ਨੈਗੇਟਿਵ ਵੀ ਤਾਂ ਹੋ ਸਕਦੇ ਨੇ। ਚਲੋ ਮਲਟੀਪਲਾਈ ਕਰਦੇ ਹਾਂ। ਜੇ ਮਲਟੀਪਲਾਈ ਕਰੀਏ ਸਾਡੇ ਕੋਲ ਕੀ ਆਊਗਾ? ਹੁਣ ਅਸੀਂ ਇਹਨਾਂ ਨੂੰ ਕੀਤਾ ਮਲਟੀਪਲਾਈ Q1 Q2। ਹੁਣ ਧਿਆਨ ਨਾਲ ਸਮਝਿਓ, 2 × 3 ਕਿੰਨਾ ਹੁੰਦਾ? 6। ਬਟ ਕਿਉਂਕਿ ਪੋਜ਼ਿਟਿਵ ਨੇ ਤਾਂ ਗ੍ਰੇਟਰ ਦੈਨ ਕੀ ਰਹੂਗਾ? 0। ਅੱਛਾ -2 ਤੇ -3 ਜੇ ਮਲਟੀਪਲਾਈ ਕਰਾਂ ਕਿੰਨਾ ਆ ਗਿਆ? 6 ਪੋਜ਼ਿਟਿਵ, ਇਹ ਵੀ ਤਾਂ ਗ੍ਰੇਟਰ ਦੈਨ 0 ਹੈ। ਹੁਣ ਤੁਸੀਂ ਧਿਆਨ ਨਾਲ ਦੇਖੋ, ਪ੍ਰੋਡਕਟ 0 ਤੋਂ ਵੱਡੀ ਕਦੋਂ ਆਉਂਦੀ ਹੈ? ਜਾਂ ਤਾਂ ਦੋਨੋਂ ਪੋਜ਼ਿਟਿਵ ਹੋਣ ਜਾਂ ਦੋਨੋਂ ਕੀ ਹੋਣ? ਨੈਗੇਟਿਵ। ਹੁਣ ਤੁਸੀਂ ਦੱਸੋ, ਜੇ ਦੋਨੋਂ ਪੋਜ਼ਿਟਿਵ ਨੇ ਕੀ ਕਰਨਗੇ? ਰਿਪੈਲ। ਤੇ ਜੇ ਦੋਨੋਂ ਨੈਗੇਟਿਵ ਨੇ ਤਾਂ ਵੀ ਕੀ ਕਰਨਗੇ? ਰਿਪੈਲ। ਸੋ ਪਹਿਲੀ ਗੱਲ ਕਲੀਅਰ ਹੋ ਗਈ ਕਿ ਜੇ ਦੋਨਾਂ ਦੀ ਪ੍ਰੋਡਕਟ 0 ਤੋਂ ਵੱਡੀ ਆ ਗਈ ਤਾਂ ਉਹਨਾਂ ਦੇ ਵਿਚਕਾਰ ਫੋਰਸ ਕਿਵੇਂ ਦੀ ਹੋਊਗੀ? ਰਿਪਲਸਿਵ ਹੀ ਹੋਣੀ ਹੈ, ਖਿਆਲ ਰੱਖਿਓ। ਹੁਣ ਦੂਜੀ ਐਗਜ਼ਾਮਪਲ, ਮੰਨ ਲਓ ਬੇਟਾ ਮੇਰੇ ਕੋਲ 2 ਚਾਰਜ ਨੇ, ਇੱਕ ਹੈ Q1 ਇੱਕ ਹੈ Q2। ਹੁਣ ਦੇਖੋ ਕਿਵੇਂ ਦੇ ਨੇ। ਪਹਿਲਾ ਚਾਰਜ ਹੈ +2, ਦੂਸਰਾ ਚਾਰਜ ਹੈ -3, ਉਲਟਾ ਵੀ ਹੋ ਸਕਦਾ ਹੈ। ਪਹਿਲਾ ਚਾਰਜ ਮਾਈਨਸ ਹੈ ਤੇ ਬੇਟਾ ਦੂਸਰਾ ਚਾਰਜ ਕੀ ਹੈ? ਪਲੱਸ। ਹੁਣ ਪਹਿਲਾਂ ਕੀ ਸੀ? ਦੋਨੋਂ ਪੋਜ਼ਿਟਿਵ ਦੋਨੋਂ ਨੈਗੇਟਿਵ। ਹੁਣ ਐਵੇਂ ਨਹੀਂ ਹੈਗਾ, ਇੱਕ ਪੋਜ਼ਿਟਿਵ ਤੇ ਦੂਜਾ ਕੀ ਹੈ? ਨੈਗੇਟਿਵ। ਚਲੋ ਮਲਟੀਪਲਾਈ ਕਰਦੇ ਹਾਂ। ਜੇ ਬੇਟਾ ਦੋਨਾਂ ਨੂੰ ਮਲਟੀਪਲਾਈ ਕਰੀਏ ਸਾਡੇ ਕੋਲ ਹੋ ਗਿਆ Q1 Q2। ਹੁਣ ਧਿਆਨ ਦਿਓ, +2 ਤੇ -3 ਕਿੰਨਾ ਆ ਜੂ ਬੇਟਾ? -6 ਆ ਜੂਗਾ। ਹੁਣ ਜਿਹੜੀਆਂ ਟਰਮ ਨੈਗੇਟਿਵ ਹੁੰਦੀਆਂ ਨੇ ਉਹ 0 ਤੋਂ ਕੀ ਹੁੰਦੀਆਂ ਨੇ? ਸਮੌਲ। ਸੇਮ -2 ਤੇ +3 ਇਹ ਵੀ ਕਿੰਨਾ ਆ ਗਿਆ? -6 ਹੋ ਗਿਆ ਨਾ। ਹੁਣ ਜੇ ਨੈਗੇਟਿਵ ਹੈ ਤਾਂ 0 ਤੋਂ ਕੀ ਆਊਗਾ? ਸਮੌਲ। ਇਹਦਾ ਮਤਲਬ ਜਦੋਂ ਵੀ ਦੋਨਾਂ ਦੀ ਪ੍ਰੋਡਕਟ 0 ਤੋਂ ਛੋਟੀ ਹੈ, ਇੱਕੋ ਹੀ ਮਤਲਬ ਹੈ, ਇੱਕ ਪੋਜ਼ਿਟਿਵ ਹੋਊਗਾ ਤੇ ਦੂਜਾ ਨੈਗੇਟਿਵ। ਹੁਣ ਦੱਸੋ, ਜੇ ਇੱਕ ਪੋਜ਼ਿਟਿਵ ਤੇ ਦੂਜਾ ਨੈਗੇਟਿਵ ਹੈ ਤਾਂ ਫੋਰਸ ਕਿਵੇਂ ਦੀ ਹੋਊਗੀ? ਅਟਰੈਕਟਿਵ ਹੋਊਗੀ ਨਾ। ਸੋ ਬਸ ਇਹੀ ਮੇਨ ਫੰਡਾ ਹੈ। ਹੁਣ ਸਿੰਪਲ 2 ਗੱਲਾਂ ਯਾਦ ਰੱਖਿਓ। ਬੈਂਜਾਮਿਨ ਫਰੈਂਕਲਿਨ ਜਿਨ੍ਹਾਂ ਨੇ ਕਿਹਾ ਸੀ ਕਿ ਜਿੱਥੇ ਕਿਤੇ 2 ਚਾਰਜ ਨੇ ਉਹਨਾਂ ਦੇ ਵਿਚਕਾਰ ਇੱਕ ਫੋਰਸ ਹੋਣੀ ਹੈ। ਹਾਂ, ਅਟਰੈਕਟਿਵ ਵੀ ਹੋ ਸਕਦੀ ਹੈ, ਰਿਪਲਸਿਵ ਵੀ ਹੋ ਸਕਦੀ ਹੈ। ਜੇ ਤਾਂ ਪ੍ਰੋਡਕਟ 0 ਤੋਂ ਵੱਡੀ ਹੈ ਤਾਂ ਫੋਰਸ ਹੋਊਗੀ ਰਿਪਲਸਿਵ। ਕਿਉਂ? ਉਹਦਾ ਰੀਜ਼ਨ ਮੈਂ ਸਮਝਾ ਚੁੱਕਿਆ। ਜੇ ਦੋਨਾਂ ਦੀ ਪ੍ਰੋਡਕਟ 0 ਤੋਂ ਛੋਟੀ ਹੈ ਤਾਂ ਫੋਰਸ ਕੀ ਹੋਊਗੀ? ਅਟਰੈਕਟਿਵ ਹੋਊਗੀ। ਉਹਦਾ ਰੀਜ਼ਨ ਵੀ ਮੈਂ ਸਮਝਾ ਚੁੱਕਿਆ। ਹੁਣ ਇਹਦੇ ਵਿੱਚੋਂ ਇੱਕ ਸਿੱਧਾ ਕਨਸੈਪਚੁਅਲ ਬਣਦਾ ਹੈ। ਤਾਂ ਪੇਪਰ ਦੇ ਵਿੱਚ ਪਹਿਲਾ ਕੁਐਸਚਨ ਇਹ ਪੁੱਛਿਆ ਜਾਊਗਾ ਕਿ ਜੀ Q1 Q2 ਗ੍ਰੇਟਰ ਦੈਨ 0 ਹੈ, ਵਾਟ ਡਜ਼ ਇਟ ਸਿਗਨੀਫਾਈ? ਇਸ ਦਾ ਕੀ ਮਤਲਬ ਨਿਕਲਦਾ ਹੈ?
ਜਾਂ ਤੁਹਾਨੂੰ ਪੁੱਛ ਸਕਦੇ ਨੇ Q1 Q2 ਲੈਸ ਦੈਨ 0 ਹੈ, ਇਸ ਦਾ ਕੀ ਮੀਨਿੰਗ ਨਿਕਲਦਾ ਹੈ। ਤਾਂ ਬੱਚੇ ਇਹਨਾਂ ਦੋਨਾਂ ਦੇ ਵਿੱਚੋਂ ਇੱਕੋ ਹੀ ਕਨਸੈਪਟ ਹੈ ਜਿਹੜਾ ਅਸੀਂ ਕਲੀਅਰ ਕਰਨਾ ਸੀ। ਸੋ ਹੁਣ ਇਹ ਪਹਿਲੀ ਹਿਸਟਰੀ ਹੈ ਜਿਹੜੀ ਆਲਰੇਡੀ ਆਪਾਂ ਕਲੀਅਰ ਕਰ ਚੁੱਕੇ ਹਾਂ। ਉਮੀਦ ਹੈ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਊਗੀ। ਹੁਣ ਦੂਸਰੀ ਗੱਲ, ਤਾਂ ਕੂਲਮ ਲਾ ਪੜ੍ਹਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਦੂਸਰਾ ਬੇਸਿਕ ਹੁੰਦਾ ਹੈ। ਹੁਣ ਉਹ ਸੈਕੰਡ ਬੇਸਿਕ ਕੀ ਹੈ, ਆਓ ਬੱਚੇ ਉਸ ਦੀ ਅਸੀਂ ਗੱਲ ਕਰਦੇ ਹਾਂ। ਤਾਂ ਬੇਟਾ ਦੂਸਰਾ ਬੇਸਿਕ ਇਹ ਹੁੰਦਾ ਹੈ ਕਿ ਆਪਾਂ ਨੇ ਹੁਣੀ ਬੈਂਜਾਮਿਨ ਫਰੈਂਕਲਿਨ ਸਾਹਿਬ ਦੀ ਇੱਕ ਡਿਸਕਸ਼ਨ ਕੀਤੀ ਹੈ। ਹੁਣ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਸੀ। ਹੁਣ ਕਿਹੜੀ ਗੱਲ ਕਹੀ ਸੀ ਉਹ ਗੌਰ ਨਾਲ ਸੁਣਿਓ। ਉਹ ਕਹਿੰਦੇ ਮੈਂ ਜਿੰਨੀਆਂ ਵੀ ਗੱਲਾਂ ਬੋਲ ਰਿਹਾ ਇਹ ਹਰ ਇੱਕ ਚਾਰਜ 'ਤੇ ਅਪਲਾਈ ਨਹੀਂ ਹੁੰਦੀਆਂ। ਮੇਰੀਆਂ ਗੱਲਾਂ ਸਿਰਫ ਉਹਨਾਂ ਚਾਰਜਸ 'ਤੇ ਹੀ ਅਪਲਾਈ ਹੁੰਦੀਆਂ ਨੇ ਜਿਹੜੇ ਪੁਆਇੰਟ ਟਾਈਪ ਨੇ। ਇੱਕ ਬੜਾ ਇੰਪੋਰਟੈਂਟ ਕਨਸੈਪਟ ਹੈ ਇਹ ਪੁਆਇੰਟ ਟਾਈਪ ਚਾਰਜ ਕੀ ਹੁੰਦੇ ਨੇ। ਤਾਂ ਜਿੰਨੀਆਂ ਗੱਲਾਂ ਆਪਾਂ ਹੁਣ ਇਸ ਤੋਂ ਪਹਿਲਾਂ ਕੀਤੀਆਂ ਨੇ ਜਾਂ ਅੱਜ ਇਸ ਲੈਕਚਰ ਦੇ ਵਿੱਚ ਆਪਾਂ ਜਿੰਨੀਆਂ ਵੀ ਗੱਲਾਂ ਕਰਾਂਗੇ, ਸਾਡੀਆਂ ਗੱਲਾਂ ਹਰ ਇੱਕ ਚਾਰਜ 'ਤੇ ਅਪਲਾਈ ਨਹੀਂ ਹੋਣੀਆਂ। ਯਾਦ ਰੱਖਿਓ, ਸਿਰਫ ਕਿਹੜੇ ਚਾਰਜਸ 'ਤੇ ਅਪਲਾਈ ਹੋਣਗੀਆਂ, ਜਿਹੜੇ ਚਾਰਜ ਪੁਆਇੰਟ ਟਾਈਪ ਹੋਣਗੇ। ਸਭ ਤੋਂ ਪਹਿਲਾਂ ਤਾਂ ਮੈਂ ਕਨਸੈਪਟ ਕਲੀਅਰ ਕਰਾਂ ਪੁਆਇੰਟ ਟਾਈਪ ਕੀ ਹੁੰਦਾ ਹੈ ਔਰ ਸਾਡੀ ਲਾਈਫ ਅੰਦਰ ਇਹ ਕਨਸੈਪਟ ਕਿੱਥੋਂ ਆ ਗਿਆ। ਤਾਂ ਦੇਖੋ ਬੇਟਾ ਕੀ ਹੈ, 6ਵੀਂ ਤੋਂ ਲੈ ਕੇ 10ਵੀਂ ਤੱਕ ਫਰੋਮ 6th to 10th ਤੁਸੀਂ ਮੈਥਮੈਟਿਕਸ ਪੜ੍ਹਿਆ। ਗੌਰ ਕਰਿਓ ਤੁਸੀਂ ਮੈਥਮੈਟਿਕਸ ਨੂੰ ਕਿਵੇਂ ਪੜ੍ਹਿਆ ਸੀ। ਦੇਖੋ ਕਿਵੇਂ ਪੜ੍ਹਿਆ ਸੀ। ਸਭ ਤੋਂ ਪਹਿਲਾਂ ਤੁਹਾਨੂੰ ਪੜ੍ਹਾਇਆ ਗਿਆ ਸੀ ਪੁਆਇੰਟ। ਸਭ ਤੋਂ ਛੋਟੀ ਚੀਜ਼ ਹੁੰਦੀ ਹੈ ਪੁਆਇੰਟ। ਫਿਰ ਸਾਨੂੰ ਪਤਾ ਹੈ ਜੇ ਦੋ ਪੁਆਇੰਟਸ ਨੂੰ ਮਿਲਾ ਦਈਏ ਇੱਕ ਲਾਈਨ ਬਣਦੀ ਹੈ, ਠੀਕ। ਫਿਰ ਤੁਹਾਨੂੰ ਲਾਈਨਸ ਪੜ੍ਹਾਈਆਂ ਗਈਆਂ ਸੀ। ਅੱਛਾ, ਜੇ ਅਸੀਂ ਲਾਈਨਸ ਨੂੰ ਮਿਲਾ ਦਈਏ ਸਾਡੇ ਕੋਲ ਇੱਕ ਸਰਫੇਸ ਬਣਦਾ ਹੈ। ਫਿਰ ਜੇ ਤੁਹਾਨੂੰ ਯਾਦ ਹੋਵੇ ਨਾ, ਤੁਹਾਨੂੰ ਸਰਫੇਸ ਪੜ੍ਹਾਏ ਗਏ ਸੀ। ਅੱਛਾ, ਜੇ ਅਸੀਂ ਸਰਫੇਸਿਸ ਨੂੰ ਮਿਲਾ ਦਈਏ ਸਾਡੇ ਕੋਲ ਇੱਕ ਵੋਲੀਅਮ ਬਣ ਜਾਂਦਾ ਹੈ ਅਤੇ ਫਿਰ ਤੁਹਾਨੂੰ ਵੋਲੀਅਮ ਪੜ੍ਹਾਏ ਗਏ ਸੀ। ਤਾਂ ਜਦੋਂ ਅਸੀਂ ਮੈਥਮੈਟਿਕਸ ਨੂੰ ਪੜ੍ਹਦੇ ਹਾਂ ਤਾਂ ਉਹਨੂੰ ਪੜ੍ਹਨ ਦਾ ਇੱਕ ਸਿੰਪਲ ਜਿਹਾ ਮੂਲ ਮੰਤਰ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਪੁਆਇੰਟ ਟਾਈਪ ਪੜ੍ਹਦੇ ਹਾਂ, ਫਿਰ ਅਸੀਂ ਲਾਈਨਸ ਨੂੰ ਪੜ੍ਹਦੇ ਹਾਂ, ਫਿਰ ਅਸੀਂ ਸਰਫੇਸਿਸ ਨੂੰ ਪੜ੍ਹਦੇ ਹਾਂ, ਫਿਰ ਵੋਲੀਅਮ ਨੂੰ ਪੜ੍ਹਦੇ ਹਾਂ। ਹੁਣ ਦੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਚਾਰਜ ਦੀ, ਤਾਂ ਹੋ ਸਕਦਾ ਜਿਹੜਾ ਸਾਡਾ ਚਾਰਜ ਹੈ ਇਹ ਪੁਆਇੰਟ ਟਾਈਪ 'ਤੇ ਆ ਜਾਏ। ਹੋ ਸਕਦਾ ਜਿਹੜਾ ਸਾਡਾ ਚਾਰਜ ਹੈ ਇਹ ਕਿਸੇ ਲਾਈਨ ਟਾਈਪ ਦੇ ਉੱਪਰ ਆ ਜਾਏ। ਹੋ ਸਕਦਾ ਚਾਰਜ ਕਿਸੇ ਸਰਫੇਸ 'ਤੇ ਆ ਜਾਏ। ਇਹ ਵੀ ਹੋ ਸਕਦਾ ਜਿਹੜਾ ਸਾਡਾ ਚਾਰਜ ਹੈ ਇਹ ਕਿਸੇ ਵੋਲੀਅਮ 'ਤੇ ਆ ਜਾਏ। ਬਟ ਮੈਂ ਪਹਿਲਾਂ ਇੱਕ ਗੱਲ ਕਹੀ ਹੈ ਕਿ ਸਾਡੀਆਂ ਗੱਲਾਂ ਸਿਰਫ ਕਿੱਥੇ ਅਪਲਾਈ ਹੋਣਗੀਆਂ, ਪੁਆਇੰਟ 'ਤੇ। ਸੋ ਬੇਟਾ ਇਹ ਗੱਲ ਯਾਦ ਰੱਖਿਓ ਕਿ ਜਿਹੜਾ ਕੂਲਮਸ ਲਾ ਹੈ ਨਾ ਲਾਈਨ 'ਤੇ ਅਪਲਾਈ ਹੁੰਦਾ ਹੈ, ਨਾ ਸਰਫੇਸ 'ਤੇ ਅਪਲਾਈ ਹੁੰਦਾ, ਨਾ ਵੋਲੀਅਮ 'ਤੇ ਅਪਲਾਈ ਹੁੰਦਾ। ਇਹਨੇ ਸਿਰਫ ਕਿੱਥੇ ਅਪਲਾਈ ਹੋਣਾ, ਜਿੱਥੇ ਚਾਰਜ ਪੁਆਇੰਟ ਟਾਈਪ ਹੋਵੇ। ਇਹ ਬਹੁਤ ਇੰਪੋਰਟੈਂਟ ਕਨਸੈਪਟ ਹੈ। ਜੇ ਚਾਰਜ ਪੁਆਇੰਟ ਟਾਈਪ ਹੈ ਤਾਂ ਕੂਲਮ ਲਾ ਅਪਲਾਈ ਹੋ ਜਾਣਾ, ਅਤੇ ਜੇ ਚਾਰਜ ਪੁਆਇੰਟ ਟਾਈਪ ਹੈ ਨਹੀਂ ਤਾਂ ਕੂਲਮਸ ਲਾ ਅਪਲਾਈ ਨਹੀਂ ਹੁੰਦਾ। ਸੋ ਹੁਣ ਅਗਲਾ ਕੁਐਸਚਨ ਇਹ ਹੈ, ਸਰ ਇਹ ਪੁਆਇੰਟ ਟਾਈਪ ਇਸ ਦਾ ਮੀਨਿੰਗ ਕੀ ਹੁੰਦਾ ਹੈ। ਤਾਂ ਬੇਟਾ +1 ਯਾਦ ਕਰੋ। +1 ਦੇ ਵਿੱਚ ਅਸੀਂ ਇੱਕ ਡੈਫੀਨੇਸ਼ਨ ਪੜ੍ਹਦੇ ਸੀ। ਉਹ ਡੈਫੀਨੇਸ਼ਨ ਹੁੰਦੀ ਸੀ ਪੁਆਇੰਟ ਆਬਜੈਕਟ। ਬਸ ਜਿਹੜੀ ਡੈਫੀਨੇਸ਼ਨ ਪੁਆਇੰਟ ਆਬਜੈਕਟ ਦੀ ਹੈ ਉਹੀ ਡੈਫੀਨੇਸ਼ਨ ਹੈ ਪੁਆਇੰਟ ਚਾਰਜ ਦੀ। ਡੈਫੀਨੇਸ਼ਨ ਕੀ ਸੀ ਮੈਂ ਯਾਦ ਕਰਵਾਉਣਾ। ਦੇਖੋ ਮੰਨ ਕੇ ਚਲੋ ਇੱਥੇ ਕੋਈ ਇੱਕ ਆਬਜੈਕਟ ਹੈ। ਹਰ ਇੱਕ ਆਬਜੈਕਟ ਦਾ ਨਾ ਆਪਣਾ ਇੱਕ ਸਾਈਜ਼ ਹੁੰਦਾ ਹੈ। ਦੇਖੋ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਸਾਈਜ਼ ਤਾਂ ਹੈਗਾ। ਮੰਨ ਕੇ ਚਲੋ ਮੈਂ ਇੱਥੇ ਤੋਂ ਖੜਾ ਉਸ ਨੂੰ ਦੇਖ ਰਿਹਾ। ਇੱਥੇ ਮੇਰੀ ਅੱਖ ਹੈ ਅਤੇ ਮੈਂ ਇਹਨੂੰ ਦੇਖ ਰਿਹਾ। ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ ਤਾਂ ਉਹਦਾ ਸਾਡੇ ਤੋਂ ਕੋਈ ਨਾ ਕੋਈ ਡਿਸਟੈਂਸ ਵੀ ਹੁੰਦਾ ਹੈ। ਹੁਣ ਦੇਖੋ ਇੱਥੇ ਦੋ ਗੱਲਾਂ ਨੇ, ਇੱਕ ਤਾਂ ਬਾਡੀ ਦਾ ਸਾਈਜ਼ ਹੋ ਗਿਆ, ਇੱਕ ਹੀ ਹੋ ਗਿਆ ਡਿਸਟੈਂਸ ਹੋ ਗਿਆ। ਤਾਂ ਹੁਣ ਇੱਕੋ ਹੀ ਲਾਈਨ ਬੋਲੂੰਗਾ, ਤੁਹਾਨੂੰ ਸਮਝ ਆ ਜੂਗੀ ਪੁਆਇੰਟ ਆਬਜੈਕਟ ਕੀ ਹੁੰਦੇ ਨੇ, ਪੁਆਇੰਟ ਚਾਰਜ ਕੀ ਹੁੰਦੇ ਨੇ। ਕਹਿੰਦੇ ਜਦੋਂ ਕਿਸੇ ਬਾਡੀ ਦਾ ਸਾਈਜ਼ ਬਹੁਤ ਛੋਟਾ ਹੋਵੇ ਕਿਹਦੇ ਤੋਂ, ਐਜ਼ ਕੰਪੇਅਰ ਟੂ ਡਿਸਟੈਂਸ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਪੁਆਇੰਟ ਆਬਜੈਕਟ ਜਾਂ ਪੁਆਇੰਟ ਚਾਰਜ। ਐਗਜ਼ਾਮਪਲ ਦਿੰਦੇ ਹਾਂ। ਦੇਖੋ ਜਿੰਨੇ ਸਟਾਰ ਨੇ, ਤਾਰੇ ਨੇ, ਸਾਡੇ ਤੋਂ ਬਹੁਤ ਦੂਰ ਨੇ। ਡਿਸਟੈਂਸ ਦੇ ਮੁਕਾਬਲੇ ਇਹਨਾਂ ਦਾ ਜਿਹੜਾ ਸਾਈਜ਼ ਹੈ ਨਾ ਬੜਾ ਛੋਟਾ ਹੈ। ਮਤਲਬ ਸਾਈਜ਼ ਛੋਟਾ ਹੈ, ਡਿਸਟੈਂਸ ਵੱਡਾ ਹੈ। ਹੁਣ ਜੇ ਸਾਈਜ਼ ਡਿਸਟੈਂਸ ਦੇ ਮੁਕਾਬਲੇ ਕਾਫੀ ਛੋਟਾ ਹੋਵੇ ਤਾਂ ਸਾਨੂੰ ਕਿਵੇਂ ਦੇ ਨਜ਼ਰ ਆਉਣਗੇ, ਪੁਆਇੰਟ ਨਜ਼ਰ ਆਉਣਗੇ ਨਾ। ਅਤੇ ਰਾਤ ਦੇ ਟਾਈਮ ਆਪਣੀ ਘਰ ਦੀ ਛੱਤ ਉੱਪਰ ਖੜ੍ਹ ਕੇ ਦੇਖਿਓ ਕਿ ਜਿਹੜੇ ਤਾਰੇ ਨੇ ਧਰਤੀ ਤੋਂ ਵੀ ਵੱਡੇ ਨੇ, ਅਰਥ ਤੋਂ ਵੀ ਵੱਡੇ ਨੇ, ਸਨ ਤੋਂ ਵੀ ਵੱਡੇ ਨੇ, ਫਿਰ ਵੀ ਤੁਹਾਨੂੰ ਬੜੇ ਛੋਟੇ ਪੁਆਇੰਟਾਂ ਵਰਗੇ ਦਿਖਦੇ ਨੇ। ਉਹਦੇ ਪਿੱਛੇ ਇੱਕੋ ਇੱਕ ਰੀਜ਼ਨ ਹੈ ਕਿ ਸਾਡੇ ਤੋਂ ਉਹਨਾਂ ਦਾ ਡਿਸਟੈਂਸ ਬਹੁਤ ਜ਼ਿਆਦਾ ਹੈ ਐਜ਼ ਕੰਪੇਅਰ ਟੂ ਸਾਈਜ਼। ਸੋ ਹੁਣ ਇਹ ਦੂਸਰਾ ਕਨਸੈਪਟ ਹੈ ਕਿ ਜਿੰਨੀਆਂ ਗੱਲਾਂ ਅਸੀਂ ਕਰਾਂਗੇ ਉਹ ਹਰ ਇੱਕ ਚਾਰਜ 'ਤੇ ਅਪਲਾਈ ਨਹੀਂ ਹੋਣੀਆਂ, ਸਿਰਫ ਕਿਹਨਾਂ 'ਤੇ ਅਪਲਾਈ ਹੋਣਗੀਆਂ, ਜਿਹੜੇ ਚਾਰਜ ਕਿਵੇਂ ਦੇ ਹੋਣਗੇ, ਪੁਆਇੰਟ ਟਾਈਪ ਹੋਣਗੇ। ਤਾਂ ਇਹ ਦੋ ਹਿਸਟੋਰੀਕਲ ਪੁਆਇੰਟਸ ਆਪਾਂ ਡਿਸਕਸ ਕਰ ਚੁੱਕੇ ਹਾਂ। ਹੁਣ ਬੇਟਾ ਤੀਸਰੀ ਗੱਲ,
ਜਦੋਂ ਫਰੈਂਕਲਿਨ ਜਾਂ ਅਦਰ ਸਾਇੰਟਿਸਟ ਇਹ ਡਿਸਕਵਰੀਜ਼ ਕਰ ਰਹੇ ਸੀ ਤਾਂ ਉਸ ਵਕਤ ਦੇ ਜਿਹੜੇ ਅਦਰ ਸਾਇੰਟਿਸਟ ਜਾਂ ਲੋਕਾਂ ਨੇ ਬਹੁਤ ਸਾਰੇ ਕੁਐਸਚਨ ਹੋਰ ਵੀ ਕੀਤੇ। ਜਿਵੇਂ ਇੱਕ ਕੁਐਸਚਨ ਹੀ ਕੀਤਾ ਗਿਆ ਕਿ ਜੀ ਤੁਸੀਂ ਕਹਿੰਦੇ ਹੋ ਫੋਰਸ ਹੁੰਦੀ ਹੈ, ਅਸੀਂ ਮੰਨ ਲਿਆ। ਤੁਸੀਂ ਕਹਿੰਦੇ ਹੋ ਜੀ ਅਟਰੈਕਟਿਵ ਹੈ, ਰਿਪਲਸਿਵ ਹੈ, ਅਸੀਂ ਮੰਨ ਲਿਆ। ਤੁਸੀਂ ਕਹਿੰਦੇ ਹੋ ਚਲੋ ਪੁਆਇੰਟ ਦੀ ਗੱਲ ਕਰਦੇ ਹਾਂ, ਅਸੀਂ ਉਹ ਵੀ ਮੰਨ ਲਏ। ਹੁਣ ਤੁਸੀਂ ਇਹ ਦੱਸੋ ਕਿ ਜਿਹੜੀ ਇਹ ਫੋਰਸ ਹੈ ਇਹ ਡਿਪੈਂਡ ਕਿਹਦੇ 'ਤੇ ਕਰਦੀ ਹੈ? ਮਤਲਬ ਕਦੋਂ ਫੋਰਸ ਸਟਰੋਂਗ ਹੋਊਗੀ, ਕਦੋਂ ਫੋਰਸ ਵੀਕ ਹੋਊਗੀ? ਤਾਂ ਇਹਦਾ ਇੱਕ ਬੜਾ ਸੋਹਣਾ ਆਨਸਰ ਮਿਲਿਆ। ਕਹਿੰਦੇ ਜਿਹੜੀ ਫੋਰਸ ਹੈ ਨਾ ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਕਿਹਨੂੰ? ਪ੍ਰੋਡਕਟ ਆਫ ਮੈਗਨੀਚਿਊਡ ਆਫ ਚਾਰਜ। ਮਤਲਬ ਜਿਹੜੇ ਤੁਹਾਡੇ ਦੋ ਚਾਰਜ ਨੇ ਨਾ ਉਹਨਾਂ ਦਾ ਪਹਿਲਾਂ ਮੈਗਨੀਚਿਊਡ ਲੈ ਲਓ, ਫਿਰ ਮਲਟੀਪਲਾਈ ਕਰ ਲਓ। ਇਹ ਚੀਜ਼ ਫੋਰਸ ਨੂੰ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਹੁਣ ਇਸ ਦਾ ਮਤਲਬ ਕੀ ਹੋਇਆ? ਬੜਾ ਸਿੰਪਲ ਮਤਲਬ ਹੈ, ਦੇਖੋ ਜੇ ਚਾਰਜ ਛੋਟੇ ਹੋਣਗੇ ਤਾਂ ਪ੍ਰੋਡਕਟ ਵੀ ਤਾਂ ਥੋੜ੍ਹੀ ਹੋਊਗੀ, ਅਤੇ ਜੇ ਪ੍ਰੋਡਕਟ ਥੋੜ੍ਹੀ ਹੋਊਗੀ ਤਾਂ ਫੋਰਸ ਵੀ ਥੋੜ੍ਹੀ ਹੋਊਗੀ, ਮਤਲਬ ਵੀਕ ਫੋਰਸ। ਅੱਛਾ ਜੇ ਚਾਰਜ ਜ਼ਿਆਦਾ ਨੇ, ਵੱਡੇ ਚਾਰਜ ਨੇ, ਤਾਂ ਉਹਨਾਂ ਦੇ ਵਿਚਕਾਰ ਫੋਰਸ ਵੀ ਕੀ ਹੋਊਗੀ? ਵੱਡੀ ਹੋਊਗੀ। ਤਾਂ ਸਿੰਪਲ ਜਿਹਾ ਆਨਸਰ ਹੈ, ਜਿੱਥੇ ਚਾਰਜ ਸਮੋਲ ਨੇ ਉਹਨਾਂ ਦੀ ਪ੍ਰੋਡਕਟ ਵੀ ਸਮੋਲ ਹੋਊ, ਉਹਨਾਂ ਦੇ ਇਨ ਬਿਟਵੀਨ ਫੋਰਸ ਵੀਕ ਹੋਊਗੀ। ਜੇ ਚਾਰਜ ਵੱਡੇ ਹੋਣਗੇ ਉਹਨਾਂ ਦੀ ਪ੍ਰੋਡਕਟ ਵੀ ਵੱਡੀ ਹੋਊਗੀ ਅਤੇ ਉਹਨਾਂ ਦੇ ਵਿਚਕਾਰ ਜਿਹੜੀ ਫੋਰਸ ਹੈ ਸਟਰੋਂਗ ਹੋਊਗੀ। ਸੋ ਇਹ ਤੀਸਰਾ ਕਨਸੈਪਟ ਹੈ। ਹੁਣ ਚੌਥਾ ਕਨਸੈਪਟ ਦੇਖੋ, +1 ਮੈਂ ਯਾਦ ਕਰਾਉਣਾ। +1 ਦੇ ਵਿੱਚ ਅਸੀਂ ਇੱਕ ਚੀਜ਼ ਪੜ੍ਹਦੇ ਸੀ ਕਿ ਫੋਰਸਿਸ ਨਾ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਪਹਿਲੀਆਂ ਹੁੰਦੀਆਂ ਨੇ ਕੰਜ਼ਰਵੇਟਿਵ, ਦੂਜੀਆਂ ਹੁੰਦੀਆਂ ਨੇ ਨੋਨ ਕੰਜ਼ਰਵੇਟਿਵ। ਇਹਨਾਂ 'ਚ ਇੱਕ ਫਰਕ ਹੁੰਦਾ ਹੈ। ਜਿਹੜੀ ਫੋਰਸ ਡਿਸਟੈਂਸ ਅਤੇ ਸਕੇਅਰ ਨੂੰ ਇਨਵਰਸਲੀ ਪ੍ਰਪੋਰਸ਼ਨਲ ਹੋਵੇ ਇਹ ਹੁੰਦੀ ਹੈ ਕੰਜ਼ਰਵੇਟਿਵ। ਇਸ ਦਾ ਇੱਕ ਨਾਮ ਵੀ ਹੈ, ਇਸ ਨੂੰ ਬੇਟਾ ਬੋਲਦੇ ਨੇ ਇਨਵਰਸ ਸਕੇਅਰ ਲਾਅ। ਹੁਣ ਜੇ ਤੁਹਾਨੂੰ ਯਾਦ ਹੋਵੇ ਨਾ ਤਾਂ ਜਦੋਂ ਅਸੀਂ +1 ਪੜ੍ਹ ਰਹੇ ਸੀ ਪਹਿਲੇ ਹੀ ਚੈਪਟਰ ਦੇ ਵਿੱਚ ਅਸੀਂ ਨੇ 4 ਫੋਰਸਿਸ ਪੜ੍ਹੀਆਂ ਸੀ। ਉਹਨਾਂ 'ਚ ਇੱਕ ਫੋਰਸ ਹੁੰਦੀ ਸੀ ਇਲੈਕਟ੍ਰੋਸਟੈਟਿਕ ਫੋਰਸ। ਉਹ 'ਚ ਅਸੀਂ ਇੱਕ ਪ੍ਰੋਪਰਟੀ ਪੜ੍ਹਦੇ ਸੀ ਕਿ ਜੀ ਇਲੈਕਟ੍ਰੋਸਟੈਟਿਕ ਫੋਰਸ ਇੱਕ ਕੰਜ਼ਰਵੇਟਿਵ ਫੋਰਸ ਹੈ ਔਰ ਇਹ ਇਨਵਰਸ ਸਕੇਅਰ ਲਾਅ ਨੂੰ ਓਬੇ ਵੀ ਕਰਦੀ ਹੈ। ਸੋ ਹੁਣ ਇਹੀ 4 ਗੱਲਾਂ ਨੇ, ਇਹ ਹੈ ਹਿਸਟਰੀ। ਹੁਣ ਅਸੀਂ ਪੜ੍ਹਨਾ ਹੈ ਕੂਲਮਸ ਲਾਅ। ਹੁਣ ਧਿਆਨ ਨਾਲ ਸਮਝਿਓ ਕਿ ਜਿਹੜੀਆਂ ਅਸੀਂ ਹਿਸਟਰੀ ਦੇ ਵਿੱਚ ਗੱਲਾਂ ਪੜ੍ਹੀਆਂ ਨੇ ਨਾ, ਕੂਲਮਸ ਲਾਅ ਕੁਛ ਵੀ ਨਹੀਂ ਹੈ। ਬਸ ਜਿੰਨੀਆਂ ਗੱਲਾਂ ਅਸੀਂ ਹੁਣ ਤੱਕ ਪੜ੍ਹੀਆਂ ਨੇ ਹੁਣ ਅਸੀਂ ਇਕੱਠੀਆਂ ਕਰਕੇ ਬੋਲਾਂਗੇ ਅਤੇ ਦੇਖਿਓ ਜਿਹੜੀਆਂ ਗੱਲਾਂ ਅਸੀਂ ਹੁਣ ਤੱਕ ਪੜ੍ਹੀਆਂ ਨੇ ਕੀ ਉਹਨਾਂ 'ਚੋਂ ਕੂਲਮਸ ਲਾਅ ਬਣਦਾ ਹੈ ਜਾਂ ਨਹੀਂ ਬਣਦਾ। ਹੁਣ ਸੁਣਿਓ ਕੂਲਮ ਲਾਅ ਦੀ ਡੈਫੀਨੇਸ਼ਨ ਕੀ ਹੈ। ਇਟ ਸਟੇਟ ਦੈਟ ਦ ਫੋਰਸ ਆਫ ਅਟਰੈਕਸ਼ਨ ਔਰ ਰਿਪਲਸ਼ਨ। ਮੈਂ ਕੀ ਕਿਹਾ ਸੀ? ਜਿੱਥੇ ਦੋ ਚਾਰਜ ਨੇ ਉਹਨਾਂ ਦੇ ਵਿਚਕਾਰ ਫੋਰਸ ਨੇ ਹੋਣੀ ਹੋਣਾ, ਅਟਰੈਕਟਿਵ ਹੋਵੇ ਭਾਵੇਂ ਰਿਪਲਸਿਵ ਹੋਵੇ। ਤਾਂ ਡੈਫੀਨੇਸ਼ਨ ਇਹੀ ਹੈ, ਦ ਫੋਰਸ ਆਫ ਅਟਰੈਕਸ਼ਨ ਔਰ ਰਿਪਲਸ਼ਨ। ਅਗਲੀ ਗੱਲ 'ਤੇ ਗੌਰ ਕਰਿਓ, ਬਿਟਵੀਨ 2 ਪੁਆਇੰਟ ਚਾਰਜਸ। ਤਾਂ ਆਪਾਂ ਨੇ ਪਹਿਲਾਂ ਕਿਹਾ ਸੀ ਨਾ ਸਾਡੀਆਂ ਗੱਲਾਂ ਕਿੱਥੇ ਅਪਲਾਈ ਹੋਣਗੀਆਂ? ਇਕੱਲੀਆਂ ਪੁਆਇੰਟ ਚਾਰਜਸ 'ਤੇ ਅਪਲਾਈ ਹੋਣਗੀਆਂ। ਹੁਣ ਤੀਜੀ ਗੱਲ, ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਪ੍ਰੋਡਕਟ ਆਫ ਮੈਗਨੀਚਿਊਡ ਆਫ ਚਾਰਜ। ਇਹ ਵੀ ਕਿਹਾ ਸੀ। ਐਂਡ ਇਨਵਰਸਲੀ ਪ੍ਰਪੋਰਸ਼ਨਲ ਟੂ ਸਕੇਅਰ ਆਫ ਦਾ ਡਿਸਟੈਂਸ ਬਿਟਵੀਨ ਦੈਮ। ਬਸ ਉਹੀ 4 ਗੱਲਾਂ ਨੂੰ ਇਕੱਠੇ ਕਰਕੇ ਬੋਲ ਦਿਓ, ਇਹ ਬਣ ਗਿਆ ਜੀ ਕੂਲਮਸ ਲਾਅ। ਔਰ ਕੂਲਮ ਲਾਅ ਦੇ ਵਿੱਚ ਕੀ ਹੁੰਦਾ, ਮੈਂ ਰਿਪੀਟ ਕਰਦਾ, ਦ ਫੋਰਸ ਆਫ ਅਟਰੈਕਸ਼ਨ ਔਰ ਰਿਪਲਸ਼ਨ ਬਿਟਵੀਨ 2 ਪੁਆਇੰਟ ਚਾਰਜਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਪ੍ਰੋਡਕਟ ਆਫ ਮੈਗਨੀਚਿਊਡ ਆਫ ਚਾਰਜ ਐਂਡ ਇਨਵਰਸਲੀ ਪ੍ਰਪੋਰਸ਼ਨਲ ਟੂ ਸਕੇਅਰ ਆਫ ਦਾ ਡਿਸਟੈਂਸ ਬਿਟਵੀਨ ਦੈਮ। ਇਹੀ ਡੈਫੀਨੇਸ਼ਨ ਹੈ ਕੂਲਮ ਲਾਅ ਦੀ, ਇਹੀ ਹੁੰਦਾ ਜੀ ਕੂਲਮਸ ਲਾਅ। ਹੁਣ ਬੇਟਾ ਜੇ ਪ੍ਰਪੋਰਸ਼ਨੈਲਿਟੀ ਹਟਾਈਏ ਇੱਥੇ ਇੱਕ ਕੌਂਸਟੈਂਟ ਲੱਗਦਾ ਹੈ K। ਹੁਣ ਯੂਨਿਟ ਆਪਾਂ ਪੜ੍ਹ ਰਹੇ ਹਾਂ ਇਲੈਕਟ੍ਰੋਸਟੈਟਿਕ। ਇਲੈਕਟ੍ਰੋਸਟੈਟਿਕ ਯੂਨਿਟ ਦਾ ਇਹ ਸਭ ਤੋਂ ਪਹਿਲਾ ਕੌਂਸਟੈਂਟ ਹੈ। ਇਸੇ ਕਰਕੇ ਜਿਹੜਾ K ਹੈ ਨਾ ਇਸ ਨੂੰ ਬੋਲਦੇ ਨੇ ਇਲੈਕਟ੍ਰੋਸਟੈਟਿਕ ਕੌਂਸਟੈਂਟ। ਕਈ ਵਾਰ ਪੇਪਰ 'ਚ ਇਹ ਵੀ ਪੁੱਛਿਆ ਜਾਂਦਾ ਹੈ ਕਿ ਦੱਸੋ ਜੀ ਇਲੈਕਟ੍ਰੋਸਟੈਟਿਕ ਕੌਂਸਟੈਂਟ ਕੀ ਹੁੰਦਾ ਹੈ। ਤਾਂ ਸਮਝ ਆ ਗਿਆ ਇਲੈਕਟ੍ਰੋਸਟੈਟਿਕ ਕੌਂਸਟੈਂਟ ਕੀ ਹੁੰਦਾ ਹੈ। ਅਤੇ ਹੁਣ ਜੋ ਤੁਹਾਡੇ ਸਾਹਮਣੇ ਹੈ ਇਹ ਕੂਲਮ ਲਾਅ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਸਿੰਪਲ ਫਾਰਮ ਹੈ ਜਿਹੜੀ ਨਿਊਮੈਰੀਕਲਾਂ ਦੇ ਵਿੱਚ ਕਾਫੀ ਹੱਦ ਤੱਕ, ਕਾਫੀ ਵੱਡੇ ਪੱਧਰ ਤੱਕ ਇਹ ਯੂਜ਼ ਹੁੰਦੀ ਹੈ। ਹੁਣ ਅਗਲੀ ਗੱਲ ਬੇਟਾ, ਇਸ ਦੇ ਅੰਦਰ ਜਿਹੜਾ K ਹੈ ਇਸ ਦੇ ਰਿਗਾਰਡਿੰਗ 3-4 ਗੱਲਾਂ ਮੋਸਟ ਇੰਪੋਰਟੈਂਟ ਨੇ। ਸਭ ਤੋਂ ਪਹਿਲੀ ਗੱਲ, K ਦੀ ਵੈਕਿਊਮ ਦੇ ਲਈ ਆਪਣੀ ਵੈਲਿਊ ਫਿਕਸ ਹੈ 9 × 10⁹। ਸੋ ਸਾਰੇ ਬੱਚੇ ਗੱਲ ਨੂੰ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਫਿੱਟ ਕਰ ਲਓ ਕਿਉਂਕਿ ਨਿਊਮੈਰੀਕਲਾਂ 'ਚ ਇਸ ਚੀਜ਼ ਦੀ ਬਾਰ-ਬਾਰ ਲੋੜ ਪੈਣੀ ਹੈ। K ਦੀ ਵੈਲਿਊ ਕਿੰਨੀ ਹੁੰਦੀ ਹੈ? 9 × 10⁹ ਹੁੰਦੀ ਹੈ ਜੀ। ਹੁਣ ਇਹਦੇ ਯੂਨਿਟ ਦੇਖੋ, ਸਭ ਤੋਂ ਪਹਿਲਾਂ ਮੈਂ ਯੂਨਿਟ ਬਣਾ ਕੇ ਦਿਖਾਉਣਾ ਬਣੇ ਕਿਵੇਂ ਨੇ। ਦੇਖੋ ਜੇ ਬੇਟਾ ਫਾਰਮੂਲੇ ਦੇ ਵਿੱਚੋਂ ਆਪਾਂ K ਲੱਭੀਏ,
ਆਹ ਵਾਲਾ ਕੀ ਲੱਭ ਕੇ ਦੇਖਦੇ ਹਾਂ। ਸਾਡੇ ਕੋਲ ਕੀ ਹੋ ਜੂ ਐਫ ਆਰ ਸਕੇਅਰ ਉੱਪਰ ਆ ਗਿਆ ਤੇ ਬੇਟਾ ਜਿਹੜਾ Q1 Q2 ਹੈ ਉਹ ਨੀਚੇ ਚਲਾ ਗਿਆ। ਐਵੇਂ ਹੋਇਆ। ਦੇਖੋ ਹੁਣ ਯੂਨਿਟ ਕਿੱਥੋਂ ਬਣਦੇ ਨੇ। ਦੇਖੋ ਜਿਹੜੀ ਫੋਰਸ ਹੈ ਇਹਦੇ ਯੂਨਿਟ ਹੁੰਦੇ ਨੇ ਨਿਊਟਨ, ਜਿਹੜਾ ਹੁੰਦਾ ਡਿਸਟੈਂਸ ਉਹਦੇ ਯੂਨਿਟ ਹੁੰਦੇ ਨੇ ਮੀਟਰ, ਪਰ ਕਿਉਂਕਿ ਡਿਸਟੈਂਸ ਦਾ ਸਕੇਅਰ ਹੈ ਤਾਂ ਮੀਟਰ ਸਕੇਅਰ ਆਊਗਾ। ਨੀਚੇ ਬੇਟਾ ਚਾਰਜ ਹੈ, ਇਹਦੇ ਕੀ ਹੁੰਦੇ ਨੇ ਕੂਲਮ, ਤਾਂ ਇਟ ਮੀਨ ਇਹਦੇ ਯੂਨਿਟ ਹੋ ਗਏ ਨਿਊਟਨ ਮੀਟਰ ਸਕੇਅਰ। ਹੁਣ ਜਿਹੜਾ ਕੂਲਮ ਸਕੇਅਰ ਹੈ ਉੱਪਰ ਆ ਕੇ ਕੀ ਹੋ ਜੂ ਇਨਵਰਸ। ਸੋ ਇਸ ਦਾ ਯੂਨਿਟ ਅਸੀਂ ਲਿਖਾਂਗੇ ਨਿਊਟਨ ਮੀਟਰ ਸਕੇਅਰ ਕੂਲਮ ਸਕੇਅਰ ਇਨਵਰਸ। ਸੋ ਹੁਣ ਪਹਿਲੀ ਗੱਲ ਕਲੀਅਰ ਹੈ ਸਾਰਿਆਂ ਨੂੰ ਕਿ ਇਸ ਦੀ ਵੈਲਿਊ ਕਿੰਨੀ ਹੈ ਔਰ ਇਹ ਵੈਲਿਊ ਯਾਦ ਰੱਖਿਓ। ਦੂਸਰੀ ਗੱਲ ਬੇਟਾ ਜਿਹੜਾ K ਹੈ ਨਾ ਇਸ ਨੂੰ ਅਸੀਂ ਐਵੇਂ ਵੀ ਲਿਖ ਦਿੰਦੇ ਹਾਂ 1/4 ਪਾਈ ਐਪਸਾਈਲਨ ਨੋਟ। ਹੁਣ ਇਸ ਚੀਜ਼ 'ਤੇ ਗੌਰ ਕਰਿਓ ਮੈਂ ਇਸ ਨੂੰ ਕੀ ਕਹਿ ਰਿਹਾ ਐਪਸਾਈਲਨ ਨੋਟ। 2 ਮਿੰਟ ਵੇਟ ਕਰੋ, 2 ਨਿਊਮੈਰੀਕਲ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਆਉਣ ਲੱਗੇ ਹਾਂ। ਇਸ ਤੋਂ ਬਾਅਦ ਅਸੀਂ ਇਸ ਨੂੰ ਕਾਫੀ ਡਿਟੇਲ ਦੇ ਵਿੱਚ ਪੜ੍ਹਾਂਗੇ, ਪਰ ਫਿਲਹਾਲ ਇੰਨਾ ਜੇ ਮੈਂ K ਨੂੰ ਹਟਾ ਕੇ ਇਹ ਵੀ ਲਿਖਦਾ ਤਾਂ ਵੀ ਇੱਕੋ ਹੀ ਗੱਲ ਹੈ। ਹੁਣ ਕੂਲਮਸ ਲਾਅ ਨੂੰ ਐਵੇਂ ਵੀ ਲਿਖਿਆ ਜਾ ਸਕਦਾ ਹੈ, ਕੂਲਮਸ ਲਾਅ ਨੂੰ ਐਵੇਂ ਵੀ ਲਿਖਿਆ ਜਾ ਸਕਦਾ ਹੈ, ਬਟ ਇਹ ਕੂਲਮ ਲਾਅ ਦੀ ਸਭ ਤੋਂ ਵੱਧ ਯੂਜ਼ ਹੋਣ ਵਾਲੀ ਤੇ ਸਕੇਲਰ ਫਾਰਮ ਹੈ। ਸੋ ਇਹ ਹੈ ਕੂਲਮਸ ਲਾਅ। ਤਾਂ ਕੂਲਮ ਲਾਅ ਦਾ ਇੱਕ ਬੇਸਿਕ ਤੇ ਮੋਟਾ ਜਿਹਾ ਆਈਡੀਆ ਮੈਂ ਤੁਹਾਨੂੰ ਦੇਤਾ। ਹੁਣ ਬੱਚੇ ਅਸੀਂ ਇੱਥੋਂ ਸਭ ਤੋਂ ਪਹਿਲਾਂ ਅਸੀਂ ਇਹ ਸਿੱਖਾਂਗੇ ਕਿ ਆਖਿਰਕਾਰ ਜਿਹੜਾ ਲਾਅ ਅਸੀਂ ਪੜ੍ਹਿਆ ਇਹ ਸਾਡੇ ਕੰਮ ਕਿੱਥੇ ਆਉਂਦਾ। ਤਾਂ ਜਿੰਨਾ ਟਾਈਮ ਸਾਨੂੰ ਇਹਨਾਂ ਨੂੰ ਸਮਝ ਆਵੇ ਕਿ ਲਾਅ ਤਾਂ ਜੀ ਅਸੀਂ ਪੜ੍ਹ ਲਿਆ, ਹਾਲੇ ਡਿਟੇਲ ਨਹੀਂ ਪੂਰੀ ਹੋਈ, ਹਾਲੇ ਲਾਅ ਅਸੀਂ 20-25% ਹੀ ਪੜ੍ਹਿਆ, ਬਟ ਚਲੋ ਜਿੰਨਾ ਵੀ ਪੜ੍ਹ ਲਿਆ ਆਖਿਰਕਾਰ ਇਹ ਲਾਅ ਕੰਮ ਕੀ ਆਉਂਦਾ ਹੈ। ਤਾਂ ਨਾ ਇਸ ਲਾਅ ਦੇ ਬੇਸ ਦੇ ਉੱਪਰ ਐਗਜ਼ਾਮ ਦੇ ਵਿੱਚ ਮੋਸਟਲੀ ਜ਼ਿਆਦਾਤਰ ਨਿਊਮੈਰੀਕਲਸ ਪੁੱਛੇ ਜਾਂਦੇ ਨੇ ਔਰ ਸਭ ਤੋਂ ਸੌਖੇ ਨਿਊਮੈਰੀਕਲ ਕੂਲਮ ਲਾਅ ਦੇ ਹੀ ਨੇ। ਤਾਂ 1-2 ਨਿਊਮੈਰੀਕਲ ਆਪਾਂ ਡਿਸਕਸ ਕਰਦੇ ਹਾਂ। ਉਹ ਕਰਦੇ ਕਰਦੇ ਤੁਹਾਨੂੰ ਇਹ ਕਲੀਅਰ ਹੋ ਜਾਣਾ ਹੈ ਕਿ ਆਖਿਰਕਾਰ ਇਹ ਕੂਲਮ ਲਾਅ ਅਸੀਂ ਕਿਉਂ ਪੜ੍ਹ ਰਹੇ ਹਾਂ। ਦੇਖੋ ਬੇਟਾ ਇੱਕ ਨਿਊਮੈਰੀਕਲ ਐਸਾ ਹੈ ਜਿਹੜਾ ਸਭ ਤੋਂ ਵੱਧ ਐਗਜ਼ਾਮ ਦੇ ਵਿੱਚ ਰਿਪੀਟਡ ਹੈ ਅਤੇ ਇਸ ਨਿਊਮੈਰੀਕਲ ਦੇ ਵਿੱਚੋਂ ਬਹੁਤ ਕੁਝ ਸਿੱਖਣ ਵਾਲੇ ਹੋ। ਨਿਊਮੈਰੀਕਲ ਕੀ ਹੈ ਮੈਂ ਸਮਝਾਉਣਾ। ਸਾਨੂੰ ਪੇਪਰ ਦੇ ਵਿੱਚ ਇਹ ਕਿਹਾ ਜਾਂਦਾ ਹੈ ਸਾਡੇ ਕੋਲ 2 ਅਲਫਾ ਪਾਰਟੀਕਲ ਨੇ। ਹੁਣ ਪਹਿਲਾ ਕੁਐਸਚਨ ਸਰ ਇਹ ਅਲਫਾ ਪਾਰਟੀਕਲ ਕੀ ਹੁੰਦੇ ਨੇ। 2 ਮਿੰਟ ਵੇਟ ਕਰੋ, ਮੈਂ ਹੁਣੇ ਕਲੀਅਰ ਕਰ ਰਿਹਾ ਅਲਫਾ ਪਾਰਟੀਕਲ ਕੀ ਨੇ। ਪਹਿਲਾਂ ਨਿਊਮੈਰੀਕਲ ਸੁਣੋ ਕੀ ਹੈ। ਤਾਂ ਪੇਪਰ ਦੇ ਵਿੱਚ ਕਹਿਣਗੇ ਜੀ 2 ਅਲਫਾ ਪਾਰਟੀਕਲ ਨੇ, ਫਿਰ ਉਹ ਕਹਿਣਗੇ ਜਿਹੜੇ ਦੋਨੋਂ ਅਲਫਾ ਪਾਰਟੀਕਲ ਨੇ ਨਾ ਇਹ ਪਤਾ ਕਿੰਨੀ ਦੂਰ ਪਏ ਨੇ 3.2 × 10⁻⁻15 ਮੀਟਰ ਇੰਨੀ ਦੂਰ ਪਏ ਨੇ। ਕੁਐਸਚਨ ਇਹ ਦੱਸੋ ਇਹਨਾਂ ਦੋਨਾਂ ਦੇ ਵਿਚਕਾਰ ਕਿੰਨੀ ਫੋਰਸ ਹੋਊਗੀ। ਇਹ ਹੈ ਬੇਟਾ ਕੁਐਸਚਨ। ਹੁਣ ਇਹ ਉਹ ਨਿਊਮੈਰੀਕਲ ਹੈ ਜਦੋਂ ਅਸੀਂ 10 ਈਅਰ ਚੱਕਦੇ ਹਾਂ ਨਾ ਤਾਂ ਕੂਲਮ ਲਾਅ ਦਾ ਮੋਸਟ ਰਿਪੀਟਡ ਨਿਊਮੈਰੀਕਲ ਕਿ ਜੀ 2 ਅਲਫਾ ਪਾਰਟੀਕਲ ਨੇ, ਅਲਫਾ ਪਾਰਟੀਕਲ ਕਿੰਨੀ ਦੂਰ ਪਏ ਨੇ 3.2 × 10⁻⁻15 ਮੀਟਰ ਅਵੇ ਪਏ ਨੇ। ਹੁਣ ਤੁਸੀਂ ਇਹ ਦੱਸੋ ਇਹਨਾਂ ਦੇ ਵਿਚਕਾਰ ਫੋਰਸ ਕਿੰਨੀ ਹੈ। ਹੁਣ ਇਸ ਨਿਊਮੈਰੀਕਲ ਨੂੰ ਕਿਵੇਂ ਸੋਲਵ ਕਰਨਾ ਹੈ। ਦੇਖੋ ਸਭ ਤੋਂ ਪਹਿਲੀ ਗੱਲ ਇਹ ਅਲਫਾ ਪਾਰਟੀਕਲ ਕੀ ਹੁੰਦਾ ਮੈਂ ਇਹਦੇ ਬਾਰੇ ਕਲੀਅਰ ਕਰਾਂ। ਦੇਖੋ ਆਪਾਂ ਨੇ ਨਾ ਇੱਕ ਐਟਮ ਪੜ੍ਹਿਆ ਕੈਮਿਸਟਰੀ ਦੇ ਵਿੱਚ ਜਿਹਨੂੰ ਅਸੀਂ ਬੋਲਦੇ ਹਾਂ ਹੀਲੀਅਮ। ਅਟੋਮਿਕ ਨੰਬਰ ਹੁੰਦਾ 2, ਮਾਸ ਨੰਬਰ ਹੁੰਦਾ 4। ਹੀਲੀਅਮ ਦਾ ਜਿਹੜਾ ਨਿਊਕਲੀਅਸ ਹੈ ਉਹ 'ਚ 2 ਪ੍ਰੋਟੋਨ ਨੇ, 2 ਨਿਊਟਰੋਨ ਨੇ, ਸਰਾਊਂਡਿੰਗ ਦੇ ਵਿੱਚ 2 ਹੀ ਕੀ ਨੇ ਇਲੈਕਟ੍ਰੋਨ ਨੇ। ਸਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਹੀਲੀਅਮ ਦਾ ਐਟਮ ਹੁੰਦਾ ਉਹ ਜੀ ਐਵੇਂ ਜਿਹਦਾ ਹੁੰਦਾ 2 ਪ੍ਰੋਟੋਨ ਹੁੰਦੇ ਨੇ, 2 ਨਿਊਟਰੋਨ ਹੁੰਦੇ ਨੇ ਅਤੇ 2 ਕੀ ਹੁੰਦੇ ਨੇ ਇਲੈਕਟ੍ਰੋਨ। ਹੁਣ ਕੁਐਸਚਨ ਇਹ ਹੈ ਇਹ ਅਲਫਾ ਪਾਰਟੀਕਲ ਕੀ ਹੁੰਦਾ। ਦੇਖੋ ਬੱਚੇ ਕੁਛ ਨਹੀਂ ਕਰਨਾ, ਹੀਲੀਅਮ ਦੇ ਐਟਮ ਦੇ ਵਿੱਚੋਂ ਸਿਰਫ 2 ਇਲੈਕਟ੍ਰੋਨਸ ਨੂੰ ਹਟਾ ਦਿਓ। ਜਾਂ ਕਹੋ ਵੀ ਹੀਲੀਅਮ ਦੇ ਐਟਮ ਦੇ ਵਿੱਚੋਂ ਅਸੀਂ 2 ਇਲੈਕਟ੍ਰੋਨ ਬਾਹਰ ਕੱਢ ਲਏ ਤਾਂ ਪਿੱਛੇ ਕੀ ਬਚਿਆ ਕੱਲਾ ਨਿਊਕਲੀਅਸ ਬਚਿਆ ਨਾ। ਬਸ ਹੀਲੀਅਮ ਐਟਮ ਦੇ ਨਿਊਕਲੀਅਸ ਨੂੰ ਹੀ ਕਹਿੰਦੇ ਨੇ ਅਲਫਾ ਪਾਰਟੀਕਲ। ਤਾਂ ਹੁਣ ਜੇ ਕੋਈ ਪੁੱਛੇ ਹੀਲੀਅਮ ਐਟਮ ਦਾ ਨਿਊਕਲੀਅਸ ਕੀ ਹੈ ਤਾਂ ਆਨਸਰ ਸਮਝ ਆ ਗਿਆ ਨਾ ਕੀ ਅਲਫਾ ਪਾਰਟੀਕਲ ਜੀ। ਹੁਣ ਅਗਲੀ ਗੱਲ ਹੁਣ ਜੇ ਅਸੀਂ ਦੇਖੀਏ ਇਸ ਨਿਊਕਲੀਅਸ ਦੇ ਵਿੱਚ ਕੀ ਹੈ 2 ਨਿਊਟਰੋਨ ਅਤੇ 2 ਪ੍ਰੋਟੋਨ। ਦੇਖੋ ਨਿਊਟਰੋਨ 'ਤੇ ਕੋਈ ਚਾਰਜ ਨਹੀਂ ਤਾਂ ਕਿਉਂਕਿ ਨਿਊਟਰੋਨ 'ਤੇ ਕੋਈ ਚਾਰਜ ਹੀ ਹੈ ਨਹੀਂ ਤਾਂ ਯੂਨਿਟ 1 'ਚ ਇਹਦੀ ਗੱਲ ਕਰਨ ਦੀ ਤਾਂ ਲੋੜ ਹੀ ਨਹੀਂ। ਸਾਡੇ ਕੋਲ ਬਚੇ 2 ਪ੍ਰੋਟੋਨ, ਇਹਦਾ ਮਤਲਬ ਅਲਫਾ ਪਾਰਟੀਕਲ 'ਤੇ ਕਿੰਨਾ ਚਾਰਜ ਹੈ 2 ਪ੍ਰੋਟੋਨ ਜਿੰਨਾ ਚਾਰਜ ਹੈ। ਕਲੀਅਰ। ਹੁਣ ਆਪਾਂ ਨੂੰ ਗੱਲ ਪਤਾ ਹੈ ਕਿ ਇੱਕ ਪ੍ਰੋਟੋਨ 'ਤੇ ਕਿੰਨਾ ਚਾਰਜ ਹੁੰਦਾ ਹੈ। ਦੇਖੋ ਸਿੰਪਲ ਜੀ ਗੱਲ ਹੈ ਜਿੰਨਾ ਇਲੈਕਟ੍ਰੋਨ 'ਤੇ ਨੈਗੇਟਿਵ ਪ੍ਰੋਟੋਨ 'ਤੇ ਓਨਾ ਹੀ ਪੋਜ਼ੀਟਿਵ ਹੁੰਦਾ ਹੈ। ਤਾਂ ਇਲੈਕਟ੍ਰੋਨ 'ਤੇ ਕਿੰਨਾ ਨੈਗੇਟਿਵ ਹੁੰਦਾ 1.6 × 10⁻⁻19
ਤਾਂ ਜਿੰਨਾ ਇਲੈਕਟ੍ਰੋਨ ਤੇ ਨੈਗੇਟਿਵ, ਪ੍ਰੋਟੋਨ ਤੇ ਉਨਾ ਹੀ ਹੈ ਪੋਜ਼ਿਟਿਵ। ਹੁਣ ਬੇਟਾ 2 ਪ੍ਰੋਟੋਨ ਨੇ ਤਾਂ 2 ਨਾਲ ਮਲਟੀਪਲਾਈ ਹੋ ਗਿਆ। ਇਹਦਾ ਮਤਲਬ ਜਿਹੜਾ ਅਲਫਾ ਪਾਰਟੀਕਲ ਹੈ ਉੱਤੇ ਕਿੰਨਾ ਚਾਰਜ ਹੋ ਗਿਆ? 3.2 ਇੰਟੂ 10 ਦੀ ਪਾਵਰ -19 ਕੂਲਮ। ਹੁਣ ਯਾਦ ਰੱਖਿਓ ਕਿ ਅਲਫਾ ਪਾਰਟੀਕਲ ਬਾਰੇ 3 ਗੱਲਾਂ। ਪਹਿਲੀ ਗੱਲ, ਅਲਫਾ ਪਾਰਟੀਕਲ ਕੀ ਹੁੰਦਾ? ਹੀਲੀਅਮ ਦੇ ਨਿਊਕਲੀਅਸ ਨੂੰ ਕਹਿੰਦੇ ਨੇ। ਨੰਬਰ 2, ਇਸ 'ਤੇ ਕਿੰਨਾ ਚਾਰਜ ਹੁੰਦਾ? 2 ਪ੍ਰੋਟੋਨ ਜਿੰਨਾ। ਪ੍ਰੋਟੋਨ ਤੇ ਉਨਾ ਹੀ ਪੋਜ਼ਿਟਿਵ ਹੁੰਦਾ ਜਿੰਨਾ ਇਲੈਕਟ੍ਰੋਨ ਤੇ ਨੈਗੇਟਿਵ। ਤੇ ਜੇ ਕੋਈ ਪੁੱਛੇ ਨਹੀਂ ਇਹ ਦੱਸੋ ਹੁੰਦਾ ਕਿੰਨਾ ਹੈ, ਤਾਂ ਆਨਸਰ ਹੈ 3.2 ਇੰਟੂ 10 ਦੀ ਪਾਵਰ -19। ਹੁਣ ਅਸੀਂ ਲੱਭਣੀ ਹੈ ਫੋਰਸ। ਦੇਖੋ ਫੋਰਸ ਕਿਵੇਂ ਲੱਭਾਂਗੇ। ਆਪਾਂ ਨੇ ਅੱਜ ਹੀ ਪੜ੍ਹਿਆ ਹੈ ਕਿਹੜਾ ਕੂਲਮਸ ਲਾਅ ਹੈ, ਇਹਦਾ ਫਾਰਮੂਲਾ ਹੁੰਦਾ ਜੀ ਕਿ ਪਹਿਲਾ ਚਾਰਜ ਜੋ ਵੀ ਹੈ, ਦੂਸਰਾ ਚਾਰਜ ਜੋ ਵੀ ਹੈ, ਉਹਨਾਂ ਦੇ ਵਿਚਕਾਰ ਜਿਹੜਾ ਵੀ ਡਿਸਟੈਂਸ ਆ ਉਹਦਾ ਕੀ ਹੁੰਦਾ? ਸਕੇਅਰ। ਹੁਣ ਆਪਾਂ ਕੁਝ ਨਹੀਂ ਕਰਨਾ, ਸਿਰਫ ਵੈਲਿਊਜ਼ ਨੂੰ ਪੁੱਟ ਕਰਨਾ ਹੈ। ਤਾਂ ਦੇਖੋ ਵੈਲਿਊਜ਼ ਪੁੱਟ ਕਰਨ ਤੋਂ ਬਾਅਦ ਕਿਵੇਂ ਨਿਊਮੈਰੀਕਲ ਨੇ ਸੋਲਵ ਹੋਣਾ ਹੈ। ਜੇ ਬੇਟਾ ਮੈਂ ਗੱਲ ਕਰਾਂ ਕੇ ਦੀ, ਮੈਂ ਕਿਹਾ ਸੀ ਇਹਦੀ ਵੈਲਿਊ ਫਿਕਸ ਹੈ 9 ਇੰਟੂ 10 ਦੀ ਪਾਵਰ 9, ਇਹੀ ਬੋਲੀ ਸੀ ਨਾ ਆਪਾਂ ਨੇ। ਹੁਣ ਪਹਿਲਾ ਚਾਰਜ ਕੌਣ ਹੈ? ਅਲਫਾ। ਅਲਫਾ ਤੇ ਕਿੰਨਾ ਚਾਰਜ ਹੈ? 3.2 10 ਦੀ -19। ਅੱਛਾ ਦੂਸਰਾ ਵੀ ਤਾਂ ਅਲਫਾ ਹੈ, ਤਾਂ 3.2 10 ਦੀ ਪਾਵਰ -19। ਮੈਂ ਕੁਛ ਨਹੀਂ ਕੀਤਾ, ਪਹਿਲਾ ਚਾਰਜ Q1 ਉਹਦੀ ਵੈਲਿਊ ਪੁੱਟ ਕਰਤੀ, ਦੂਸਰਾ ਚਾਰਜ Q2 ਉਹਦੀ ਵੈਲਿਊ ਪੁੱਟ ਕਰਤੀ। ਹੁਣ ਦੇਖੋ ਡਿਸਟੈਂਸ ਦਾ ਸਕੇਅਰ ਹੈ, ਡਿਸਟੈਂਸ ਆਪਣੇ ਕੋਲ ਆ ਪਿਆ ਹੈ। ਹੁਣ ਕਿਉਂਕਿ ਡਿਸਟੈਂਸ ਦਾ ਸਕੇਅਰ ਹੈ ਤਾਂ ਮੈਂ ਇਸ ਨੂੰ 2 ਵਾਰ ਲਿਖਦਾ। ਡਿਸਟੈਂਸ ਦਾ ਸਕੇਅਰ ਹੋਣ ਕਾਰਨ ਅਸੀਂ ਇਸ ਨੂੰ ਕਿੰਨੇ ਵਾਰ ਲਿਖ ਰਹੇ ਹਾਂ? 2 ਟਾਈਮਸ, 2 ਵਾਰ। ਇਹ ਤਾਂ ਕਲੀਅਰ ਵੈਲਿਊਜ਼ ਪੁੱਟ ਕਰਤੀਆਂ। ਲਓ ਬੱਚੇ ਹੁਣ ਦੇਖੋ ਕੁਝ ਕੈਂਸਲ ਹੋ ਰਿਹਾ ਹੈ, ਤਾਂ ਇਹਦੇ ਵਿੱਚੋਂ 3.2 ਕੈਂਸਲ, 3.2 ਕੈਂਸਲ, -15 ਤੇ -19 -4, -15 ਤੇ -19 -4। ਸਾਡੇ ਕੋਲ ਜਿਹੜੀ ਫੋਰਸ ਹੈ ਇਹ ਹੋ ਗਈ 9 ਇੰਟੂ 10 ਦੀ ਪਾਵਰ 9, -4 -4 ਤੇ ਨਾਲ ਮਾਈਨਸ ਕੀ ਹੋ ਗਿਆ? 8। ਹੁਣ ਦੇਖੋ 9 ਦੇ ਵਿੱਚੋਂ 8 ਮਾਈਨਸ ਕਰ ਦਿਓ ਤਾਂ ਇਕੱਲਾ 1 ਬਚਿਆ, ਤਾਂ ਫੋਰਸ ਹੋ ਗਈ 9 ਇੰਟੂ 10 ਦੀ ਪਾਵਰ 1 ਨਿਊਟਨ। ਮਤਲਬ ਮੈਂ ਕਹਿ ਸਕਦਾ ਫੋਰਸ ਕਿੰਨੀ ਹੋ ਗਈ? ਤਾਂ ਇਹ ਹੋ ਗਈ ਜੀ 90 ਨਿਊਟਨ। ਲਓ ਬੱਚੇ ਹੁਣ ਇਹ ਨਿਊਮੈਰੀਕਲ ਤੁਹਾਡੇ ਸਾਹਮਣੇ ਹੈ। ਇਹ ਨਿਊਮੈਰੀਕਲ ਨੂੰ ਕਰਾਉਣ ਦੇ 2 ਮੇਨ ਰੀਜ਼ਨ ਸੀਗੇ। ਸਭ ਤੋਂ ਪਹਿਲੀ ਗੱਲ ਸਾਨੂੰ ਇਹ ਸਮਝ ਆ ਜੇ ਕੂਲਮ ਲਾ ਕਿਵੇਂ ਅਪਲਾਈ ਹੁੰਦਾ, ਕਿਵੇਂ ਅਸੀਂ ਇਸ ਲਾ ਨੂੰ ਯੂਜ਼ ਕਰਾਂਗੇ। ਦੂਸਰੀ ਗੱਲ, ਇਹ ਨਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਮੋਸਟ ਇੰਪੋਰਟੈਂਟ ਨਿਊਮੈਰੀਕਲ ਹੈ। ਤੁਸੀਂ ਕੋਈ ਵੀ 10 ਈਅਰ ਚੱਕ ਲਓ, ਇਹ ਨਿਊਮੈਰੀਕਲ ਤੁਹਾਨੂੰ ਹਰ 10 ਈਅਰ ਦੇ ਅੰਦਰ ਮਿਲੂਗਾ। ਤਾਂ ਐਵੇਂ ਅਸੀਂ ਯੂਜ਼ ਕਰ ਸਕਦੇ ਹਾਂ ਕੂਲਮਸ ਲਾਅ। ਇਸ ਤੋਂ ਬਾਅਦ ਮੈਂ ਕੂਲਮ ਲਾਅ ਦੇ ਬੇਸ 'ਤੇ ਕੁਝ ਨਿਊਮੈਰੀਕਲ ਤੁਹਾਡੇ ਨਾਲ ਗਰੁੱਪ ਦੇ ਵਿੱਚ ਸ਼ੇਅਰ ਕਰੂੰਗਾ ਅਤੇ ਉਹ ਤੁਹਾਡਾ ਹੋਮਵਰਕ ਹੋਊਗਾ। ਉਹਨਾਂ ਨਿਊਮੈਰੀਕਲਸ ਨੂੰ ਜਿੰਨੇ ਗਲਤ ਠੀਕ ਹੁੰਦੇ ਨੇ ਤੁਸੀਂ ਇੱਕ ਵਾਰ ਕਰੋਗੇ, ਫਿਰ ਸਾਰੇ ਮੈਂ ਤੁਹਾਨੂੰ ਦੁਬਾਰਾ ਉਹ ਵੀ ਸਾਰੇ ਸੋਲਵ ਕਰਵਾਊਂਗਾ। ਸੋ ਹੁਣ ਕੂਲਮ ਲਾਅ ਕੀ ਹੈ ਔਰ ਇਹਦੀ ਜਿਹੜੀ ਸਭ ਤੋਂ ਸਿੰਪਲ ਫਾਰਮ ਹੈ ਯਾਨੀ ਕਿ ਸਕੇਲਰ ਫਾਰਮ ਹੈ, ਉਹਦੇ ਰਿਗਾਰਡਿੰਗ ਅਸੀਂ ਆਪਣੀ ਸਮਝ ਨੂੰ ਡਿਵੈਲਪ ਕਰ ਲਿਆ। ਹੁਣ ਅਸੀਂ ਵਾਪਸ ਚੱਲਦੇ ਹਾਂ। ਮੈਂ ਤੁਹਾਨੂੰ ਕਿਹਾ ਸੀ ਹਾਲੇ ਕੂਲਮ ਲਾਅ ਕੰਪਲੀਟ ਨਹੀਂ ਹੋਇਆ। ਹਾਲੇ ਕੂਲਮ ਲਾਅ ਕਿੰਨੇ % ਹੋਇਆ? ਹਾਰਡਲੀ 30 to 40% ਕੰਪਲੀਟ ਹੋਇਆ ਹੈ। ਹੁਣ ਬੱਚੇ ਅਸੀਂ ਬਾਕੀ ਰਹਿੰਦੀਆਂ ਗੱਲਾਂ ਕੰਪਲੀਟ ਕਰਦੇ ਹਾਂ। ਸੋ ਹੁਣ ਦੇਖੋ ਜਦੋਂ ਆਪਾਂ ਨੇ ਕੂਲਮਸ ਲਾਅ ਲਿਖਿਆ ਸੀ, ਆਪਾਂ ਨੇ ਇੱਥੋਂ ਸ਼ੁਰੂ ਕੀਤਾ ਸੀ ਕਿ F ਕਿਹਦੇ ਇਕੁਅਲ ਹੈ? ਮੈਂ ਕਿਹਾ ਸੀ ਕਿ Q1 Q2 ਅਪੋਨ ਆਰ ਸਕੇਅਰ। ਫਿਰ ਯਾਦ ਕਰੋ ਮੈਂ ਇਸ ਦੇ ਵਿੱਚੋਂ K ਨੂੰ ਕੀ ਕਿਹਾ ਸੀ? 1/4 ਪਾਈ ਐਪਸਾਈਲਨ ਨੋਟ। ਹੁਣ ਸਭ ਤੋਂ ਪਹਿਲੀ ਗੱਲ ਅਸੀਂ ਇਸ ਚੀਜ਼ ਨੂੰ ਡਿਸਕਸ ਕਰਨ ਵਾਲੇ ਹਾਂ। ਇਹ ਬਟ ਐਸੀ ਚੀਜ਼ ਹੈ, ਮੈਨੂੰ ਨਹੀਂ ਲੱਗਦਾ ਕਿ ਅੱਜ ਤੋਂ ਪਹਿਲਾਂ ਤੁਸੀਂ ਇਹ ਚੀਜ਼ ਕਿਤੇ ਸੁਣੀ ਹੋਊਗੀ। ਸੋ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਸੁਣਿਓ। ਹੁਣ ਇਹ ਕੀ ਚੀਜ਼ ਹੈ ਦੇਖੋ। ਸਭ ਤੋਂ ਪਹਿਲੀ ਗੱਲ ਤਾਂ ਮੈਂ ਬੋਲੂੰਗਾ ਕਿ ਜਿਹੜਾ ਬੇਟਾ ਸਿੰਬਲ ਹੈ ਨਾ ਆਹ ਵਾਲਾ, ਇਹ ਸਿੰਬਲ ਦਾ ਨਾਮ ਹੈ ਅਪਸਾਈਲਨ। ਇਸ ਨੂੰ ਬੋਲਣਾ ਕੀ ਹੈ? ਅਪਸਾਈਲਨ। ਜਿਵੇਂ ਆਪਾਂ ਬੋਲਦੇ ਹਾਂ ਨਾ ਆ ਏ ਹੈ ਜੀ, ਆ ਊੜ ਹੈ ਜੀ, ਆ ਈਟਾ ਹੋ ਗਿਆ ਜੀ, ਇਹ ਅਲਫਾ ਹੋ ਗਿਆ, ਉਵੇਂ ਇਹ ਸਿੰਬਲ ਦਾ ਨਾਮ ਕੀ ਹੈ? ਇਹ ਸਿੰਬਲ ਦਾ ਨਾਮ ਹੈ ਅਪਸਾਈਲਨ। ਕਿਤੇ ਵੀ ਤੁਹਾਨੂੰ ਫਿਜ਼ਿਕਸ ਦੇ ਵਿੱਚ ਇਹ ਸਿੰਬਲ ਦਿਖੇ ਤਾਂ ਤੁਸੀਂ ਬੋਲਣਾ ਇਸ ਨੂੰ ਕੀ ਹੈ? ਅਪਸਾਈਲਨ। ਦੂਜੀ ਗੱਲ, ਇਹ ਨਾ 2 ਤਰ੍ਹਾਂ ਨਜ਼ਰ ਆਊਗਾ ਤੁਹਾਨੂੰ। ਕਿਤੇ ਕਿਤੇ ਐਵੇਂ ਲਿਖਿਆ ਹੋਊਗਾ, ਕਿਤੇ ਕਿਤੇ ਨਾ ਇਹਦੇ ਨਾਲ ਇੱਕ ਐਵੇਂ 0 ਪਾਈ ਹੋਊਗੀ। ਹੁਣ ਇਹਦਾ ਮਤਲਬ ਵੀ ਸਮਝਾ ਦੇਣਾ। ਜੇ ਤਾਂ ਇਸੇ ਪੈਰ ਦੇ ਵਿੱਚ ਇੱਕ 0 ਪਈ ਹੈ, ਇਸ ਨੂੰ ਬੋਲਦੇ ਨੇ ਐਪਸਾਈਲਨ ਨੋਟ, ਮਤਲਬ ਵੈਕਿਊਮ ਦੀ ਗੱਲ ਹੋ ਰਹੀ ਹੈ। ਜੇ 0 ਨਹੀਂ ਪਈ ਫਿਰ ਇਸ ਨੂੰ ਬੋਲਦੇ ਨੇ ਐਪਸਾਈਲਨ, ਮਤਲਬ ਕਿਸੇ ਨਾ ਕਿਸੇ ਮੀਡੀਅਮ ਦੀ ਗੱਲ ਹੋ ਰਹੀ ਹੈ। ਮੀਡੀਅਮ ਹਵਾ ਵੀ ਹੋ ਸਕਦਾ ਹੈ, ਮੀਡੀਅਮ ਪਾਣੀ ਵੀ ਹੋ ਸਕਦਾ ਹੈ, ਮੀਡੀਅਮ ਕੁਝ ਵੀ ਹੋ ਸਕਦਾ ਹੈ, ਬਸ ਕਿਸੇ ਨਾ ਕਿਸੇ ਮੀਡੀਅਮ ਦੀ ਗੱਲ ਹੋ ਰਹੀ ਹੈ। ਹੁਣ ਗੌਰ ਕਰੋ,
ਇੱਥੇ ਐਪਸਾਈਲਨ ਨॉट ਹੈ, मतलब ਕਿਹਦੀ ਗੱਲ ਹੋ ਰਹੀ ਹੈ? ਵੈਕਿਊਮ ਦੀ ਗੱਲ ਹੋ ਰਹੀ ਹੈ। ਸੋ ਪਹਿਲੀ ਗੱਲ, ਸਿੰਬਲ ਦਾ ਨਾਮ ਕੀ ਹੈ? ਐਪਸਾਈਲਨ। ਹੁਣ ਦੂਜੀ ਗੱਲ, ਹੁਣ ਆਪਾਂ ਨੂੰ ਕੋਈ ਪੁੱਛੇ, ਚਲੋ ਠੀਕ ਹੈ ਜੀ, ਸਿੰਬਲ ਦਾ ਨਾਮ ਤਾਂ ਐਪਸਾਈਲਨ ਹੈ, ਬਟ ਇੱਥੇ ਇਹਦਾ ਜਿਹੜਾ ਮੀਨਿੰਗ ਹੈ ਉਹ ਕੀ ਹੈ? ਇੱਥੇ ਬੇਟਾ ਇਸ ਨੂੰ ਬੋਲਦੇ ਨੇ ਪਰਮਿਟਿਵਿਟੀ। ਹੁਣ ਪਹਿਲੀ ਗੱਲ, ਇੱਕ ਵਰਡ ਹੁੰਦਾ ਪਰਮਿਟ, ਇਹ ਵਰਡ ਇੱਥੋਂ ਬਣਿਆ ਪਰਮਿਟਿਵਿਟੀ। ਪਰਮਿਟ ਤੋਂ ਬਣਦੀ ਹੈ ਪਰਮਿਟਿਵਿਟੀ। ਹੁਣ ਪਹਿਲੀ ਗੱਲ ਮੈਂ ਤੁਹਾਨੂੰ ਕਲੀਅਰ ਕਰਾਂ, ਇਹ ਪਰਮਿਟਿਵਿਟੀ ਵਰਡ ਕਿੱਥੋਂ ਚੱਕਿਆ, ਇਸ ਵਰਡ ਦਾ ਮੀਨਿੰਗ ਕੀ ਹੈ? ਤਾਂ ਮੈਂ ਤੁਹਾਨੂੰ ਇੱਕ ਸੌਖੀ ਜਿਹੀ ਐਗਜ਼ਾਮਪਲ ਦੇ ਕੇ ਸਮਝਾਉਣਾ, ਗੌਰ ਨਾਲ ਮੇਰੀ ਗੱਲ ਸੁਣਿਓ, ਫਿਰ ਤੁਹਾਨੂੰ ਗੱਲ ਸਮਝ ਆਊਗੀ। ਤੁਹਾਡੇ ਘਰ ਕੋਈ ਪੁਰਾਣਾ ਸਪੀਕਰ ਪਿਆ ਹੋਵੇ, ਸਪੀਕਰ ਦੇ ਨਾ ਪਿਛਲੇ ਪਾਸੇ ਇੱਕ ਮੈਗਨੇਟ ਲੱਗਿਆ ਹੁੰਦਾ ਹੈ, ਉਹ ਮੈਗਨੇਟ ਨੂੰ ਤੋੜ ਲਿਓ। ਨਵਾਂ ਸਪੀਕਰ ਨਹੀਂ ਤੋੜਨਾ, ਜੇ ਕੋਈ ਖਰਾਬ ਸਪੀਕਰ ਘਰੇ ਪਿਆ ਉਹਦਾ ਮੈਗਨੇਟ ਤੋੜ ਲਿਓ। ਮੈਗਨੇਟ ਨੂੰ ਜਦੋਂ ਤੋੜੋਗੇ ਉਹਦੇ ਦੋ ਟੁਕੜੇ ਹੋ ਜਾਣਗੇ, ਇੱਕ ਬਣ ਜੂਗਾ ਨਾਰਥ ਪੋਲ, ਇੱਕ ਬਣ ਜੂਗਾ ਸਾਊਥ ਪੋਲ, ਐਵੇਂ ਦੂਜੇ ਦਾ ਨਾਰਥ ਤੇ ਸਾਊਥ। ਦੋਨਾਂ ਮੈਗਨੇਟਸ ਨੂੰ ਹਵਾ ਦੇ ਵਿੱਚ ਜਦੋਂ ਨੇੜੇ ਲੈ ਕੇ ਆਉਂਗੇ, ਤੁਸੀਂ ਨੋਟ ਕਰੋਗੇ ਜਾਂ ਉਹ ਅਟਰੈਕਟ ਕਰਨਗੇ ਜਾਂ ਰਿਪੈਲ ਕਰਨਗੇ। ਨਾਰਥ ਹੋਇਆ ਰਿਪੈਲ ਕਰ ਦੇਣਗੇ, ਨਾਰਥ ਸਾਊਥ ਹੋਇਆ ਅਟਰੈਕਟ ਕਰ ਲੈਣਗੇ। ਫਿਰ ਕੰਮ ਕਰਿਓ, ਦੋਨਾਂ ਮੈਗਨੇਟਸ ਨੂੰ ਪਾਣੀ ਦੇ ਵਿੱਚ ਡੁਬੋ ਲਿਓ। ਪਾਣੀ ਦੇ ਵਿੱਚ ਫਿਰ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਕੇ ਜਾਇਓ, ਅਤੇ ਤੁਸੀਂ ਨੋਟ ਕਰੋਗੇ ਉਹ ਹੁਣ ਵੀ ਅਟਰੈਕਟ ਕਰਦੇ ਨੇ। ਫਿਰ ਤੁਸੀਂ ਕੰਮ ਕਰਿਓ, ਆਪਣੇ ਘਰ ਦਾ ਲੱਕੜ ਦਾ ਦਰਵਾਜ਼ਾ ਖੋਲ੍ਹ ਲਿਓ, ਕੋਈ ਵੀ, ਕਿਸੇ ਵਿੰਡੋ ਦਾ, ਕਿਸੇ ਕਬਰਟ ਦਾ, ਕੋਈ ਲੱਕੜ ਦਾ ਦਰਵਾਜ਼ਾ ਜਾਂ ਬੈੱਡ ਦਾ ਕਿਨਾਰਾ। ਇੱਕ ਮੈਗਨੇਟ ਤਾਂ ਲੱਕੜ ਦੇ ਉਸ ਪਾਰ ਰੱਖ ਲਿਓ, ਇੱਕ ਦੂਜੇ ਪਾਸੇ ਰੱਖ ਲਿਓ, ਮਤਲਬ ਦੋ ਮੈਗਨੇਟ ਪਏ ਹੋਣ ਪਰ ਦੋਨਾਂ ਦੇ ਵਿਚਕਾਰ ਵੁੱਡ ਆ ਜੇ। ਹੁਣ ਤੁਸੀਂ ਨੋਟ ਕਰੋਗੇ ਕਿ ਇੱਥੇ ਨਾ ਅਟਰੈਕਸ਼ਨ ਹੈ ਨਾ ਰਿਪਲਸ਼ਨ ਹੈ। ਹੁਣ ਇਸ ਚੀਜ਼ ਨੂੰ ਸਮਝੋ ਧਿਆਨ ਨਾਲ, ਜਦੋਂ ਮੈਗਨੇਟ ਦੇ ਵਿਚਕਾਰ ਹਵਾ ਸੀ, ਅਟਰੈਕਸ਼ਨ ਸੀ, ਰਿਪਲਸ਼ਨ ਵੀ ਸੀ। ਜਦੋਂ ਮੈਗਨੇਟ ਦੇ ਵਿਚਕਾਰ ਪਾਣੀ ਸੀ, ਅਟਰੈਕਸ਼ਨ ਸੀ, ਰਿਪਲਸ਼ਨ ਸੀ। ਜਦੋਂ ਮੈਗਨੇਟ ਦੇ ਵਿਚਕਾਰ ਲੱਕੜ ਆਈ, ਅਟਰੈਕਸ਼ਨ ਅਤੇ ਰਿਪਲਸ਼ਨ ਖਤਮ ਹੋ ਗਈ। ਇਹਦਾ ਮਤਲਬ ਅਟਰੈਕਸ਼ਨ ਅਤੇ ਰਿਪਲਸ਼ਨ ਹੋਊਗੀ ਜਾਂ ਨਹੀਂ ਹੋਊਗੀ, ਇਸ ਗੱਲ 'ਤੇ ਡਿਪੈਂਡ ਕਰਦਾ ਹੈ ਕਿ ਦੋਨਾਂ ਬਾਡੀਜ਼ ਦੇ ਵਿਚਕਾਰ ਮੀਡੀਅਮ ਕਿਹੜਾ ਹੈ। ਬਸ ਉਹੀ ਚੀਜ਼ ਇੱਥੇ ਹੈ। ਇੱਥੇ ਮੈਗਨੇਟ ਦੀ ਜਗ੍ਹਾ 'ਤੇ ਚਾਰਜ ਨੇ, ਪਹਿਲਾ ਚਾਰਜ ਹੈ Q1 ਅਤੇ ਦੂਜਾ ਚਾਰਜ ਹੈ Q2। ਉਹਨਾਂ ਦੋਨਾਂ ਦੇ ਵਿਚਕਾਰ ਕੋਈ ਨਾ ਕੋਈ ਮੀਡੀਅਮ ਤਾਂ ਹੋਊਗਾ ਨਾ। ਹੋ ਸਕਦਾ ਦੋਨੋਂ ਚਾਰਜ ਹਵਾ 'ਚ ਪਏ ਹੋਣ, ਹੋ ਸਕਦਾ ਦੋਨੋਂ ਚਾਰਜ ਪਾਣੀ 'ਚ ਪਏ ਹੋਣ, ਹੋ ਸਕਦਾ ਦੋਨੋਂ ਚਾਰਜ ਕਿਸੇ ਦੁੱਧ 'ਚ ਪਏ ਹੋਣ, ਹੋ ਸਕਦਾ ਦੋਨੋਂ ਚਾਰਜ ਕਿਸੇ ਦਲਦਲ 'ਚ ਪਏ ਹੋਣ, ਮਤਲਬ ਕਿਤੇ ਵੀ ਪਏ ਹੋਣ, ਪਰ ਉਹਨਾਂ ਦੇ ਵਿਚਕਾਰ ਇੱਕ ਮੀਡੀਅਮ ਤਾਂ ਹੋਊਗਾ ਨਾ। ਹੁਣ ਇਹ ਸਾਰੀ ਗੱਲ ਉਸ ਮੀਡੀਅਮ 'ਤੇ ਡਿਪੈਂਡ ਕਰਦੀ ਹੈ ਕਿ ਜੇ ਤਾਂ ਉਹ ਮੀਡੀਅਮ ਪਰਮਿਟ ਦਿੰਦਾ ਹੈ, ਫਿਰ ਤਾਂ ਅਟਰੈਕਸ਼ਨ ਵੀ ਹੋਊ, ਰਿਪਲਸ਼ਨ ਵੀ ਹੋਊ। ਪਰ ਜੇ ਉਹ ਮੀਡੀਅਮ ਪਰਮਿਟ ਨਹੀਂ ਦਿੰਦਾ, ਅਲਾਓ ਨਹੀਂ ਕਰਦਾ, ਤਾਂ ਕੋਈ ਅਟਰੈਕਸ਼ਨ ਨਹੀਂ, ਕੋਈ ਰਿਪਲਸ਼ਨ ਨਹੀਂ। ਤਾਂ ਇਹਦਾ ਮਤਲਬ ਜਿਹੜੀ ਆਹ ਵਾਲੀ ਚੀਜ਼ ਹੈ, ਇਹ ਬੇਸਿਕਲੀ ਕਿਸ ਦੀ ਪ੍ਰੋਪਰਟੀ ਹੈ? ਦੋਨਾਂ ਚਾਰਜਸ ਦੇ ਵਿਚਕਾਰ ਜਿਹੜਾ ਮੀਡੀਅਮ ਹੈ ਨਾ, ਇਹ ਉਸ ਮੀਡੀਅਮ ਦੀ ਪ੍ਰੋਪਰਟੀ ਹੈ। ਤਾਂ ਪੇਪਰ ਦੇ ਵਿੱਚ ਆਮ ਤੌਰ 'ਤੇ ਪੁੱਛਿਆ ਜਾਂਦਾ ਹੈ ਕਿ ਦੱਸੋ ਜੀ ਪਰਮਿਟਿਵਿਟੀ ਕਿਸ ਦੀ ਪ੍ਰੋਪਰਟੀ ਹੁੰਦੀ ਹੈ? ਤਾਂ ਦੋਨਾਂ ਚਾਰਜਸ ਦੇ ਵਿਚਕਾਰ ਜਿਹੜਾ ਮੀਡੀਅਮ ਹੈ, ਇਹ ਉਸ ਮੀਡੀਅਮ ਦੀ ਪ੍ਰੋਪਰਟੀ ਹੈ, ਯਾਦ ਰੱਖਿਓ। ਤੀਜੀ ਗੱਲ, ਪੇਪਰ 'ਚ ਇਹ ਵੀ ਪੁੱਛਿਆ ਜਾਂਦਾ ਹੈ ਕਿ ਜਿਹੜੀ ਪਰਮਿਟਿਵਿਟੀ ਵੈਕਿਊਮ ਦੀ ਹੈ, ਕੀ ਇਹਦੀ ਕੋਈ ਵੈਲਿਊ ਹੁੰਦੀ ਹੈ? ਬਿਲਕੁਲ, ਇਹਦੇ ਵਿੱਚ ਆਪਣੀ ਇੱਕ ਫਿਕਸ ਵੈਲਿਊ ਹੈ 8.85 × 10⁻⁻12। ਅਤੇ ਇਹਦੇ ਯੂਨਿਟ ਦੇਖਿਓ ਕਿਵੇਂ ਬਣਨਗੇ, ਆਪਾਂ ਯੂਨਿਟ ਬਣਾ ਕੇ ਦੇਖਦੇ ਹਾਂ। ਦੇਖੋ, ਕੂਲਮ ਲਾਅ ਕੀ ਹੈ? F = 1/4πε0 Q1 Q2/r²। ਇਹ ਹੈ ਨਾ ਸਾਡਾ ਕੂਲਮਸ ਲਾਅ। ਹੁਣ ਇਹਦੇ ਵਿੱਚੋਂ ਅਸੀਂ ਇਹਦੇ ਯੂਨਿਟ ਬਣਾਉਣੇ ਨੇ, ਇਹਦੇ ਤਾਂ ਦੇਖੋ ਯੂਨਿਟ ਕਿਵੇਂ ਬਣਦੇ ਨੇ। ਇਹ ਕੰਮ ਕਰੋ, ε0 ਉੱਪਰ ਲੈ ਜਾਓ, ਇਹਨੂੰ ਛੱਡ ਕੇ ਬਾਕੀ ਜਿੰਨੀ ਵੀ ਟਰਮ ਹੈ ਸਾਰੀ ਇੱਕ ਸਾਈਡ ਉੱਪਰ ਲੈ ਆਓ। ਤਾਂ ਜੇ ਬੇਟਾ ਮੈਂ ਸਾਰੀ ਟਰਮ ਇੱਕ ਸਾਈਡ ਉੱਪਰ ਲੈ ਆਵਾਂ ਤਾਂ ਮੇਰੇ ਕੋਲ ਇਹ ਬਚਦਾ ਹੈ। ਸੋ ਦੇਖੋ ਕਲੀਅਰ ਹੈ। ਹੁਣ ਆਪ ਦੇਖੋ ਇਹਦੇ ਯੂਨਿਟ ਕਿੱਥੋਂ ਬਣਦੇ ਨੇ। ਆ ਵੀ ਚਾਰਜ ਹੈ ਅਤੇ ਇਹ ਵੀ ਚਾਰਜ ਹੈ, ਤਾਂ ਕੂਲਮ × ਕੂਲਮ। 4π ਇੱਕ ਕੌਨਸਟੈਂਟ ਹੈ, ਕੋਈ ਯੂਨਿਟ ਨਹੀਂ, ਕੋਈ ਡਾਇਮੈਂਸ਼ਨ ਨਹੀਂ। ਫੋਰਸ 'ਤੇ ਹੁੰਦੇ ਨੇ ਨਿਊਟਨ ਅਤੇ ਡਿਸਟੈਂਸ 'ਤੇ ਹੁੰਦੇ ਨੇ ਮੀਟਰ, ਪਰ ਕਿਉਂਕਿ ਸਕੇਅਰ ਹੈ ਤਾਂ ਮੀਟਰ ਸਕੇਅਰ। ਤਾਂ ਯੂਨਿਟ ਦੇਖਿਓ ਕੀ ਹੋ ਗਏ। ਸਭ ਤੋਂ ਪਹਿਲਾਂ ਜੀ ਕੂਲਮ ਸਕੇਅਰ, ਕੂਲਮ × ਕੂਲਮ। ਫਿਰ ਮੀਟਰ ਸਕੇਅਰ ਇਨਵਰਸ, ਆ ਨੀਚੇ ਤੋਂ ਉੱਪਰ ਜਾ ਕੇ ਮਾਈਨਸ ਹੋ ਗਿਆ, ਪਰ ਨਿਊਟਨ। ਸੋ ਇਹ ਪਰਮਿਟਿਵਿਟੀ ਦੇ ਯੂਨਿਟ ਹੁੰਦੇ ਨੇ। ਤਾਂ ਪਰਮਿਟਿਵਿਟੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਪੁਆਇੰਟ ਸੀ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨੇ ਜ਼ਰੂਰੀ ਸਮਝਦਾ ਸੀ। ਤਾਂ ਉਮੀਦ ਕਰਦੇ ਹਾਂ ਕਿ ਪਰਮਿਟਿਵਿਟੀ ਨੂੰ ਲੈ ਕੇ ਵੀ ਤੁਹਾਡੇ ਮਾਈਂਡ ਦਾ ਜਿਹੜਾ ਕਨਸੈਪਟ ਹੈ ਉਹ ਕਲੀਅਰ ਹੋ ਗਿਆ ਹੋਣਾ। ਹੁਣ ਬੱਚੇ, ਜਿਹੜੀ ਇਹ ਪਰਮਿਟਿਵਿਟੀ ਹੈ ਨਾ, ਇਹਦੇ ਉੱਪਰ ਇੱਕ ਬੜਾ ਪੈਟ ਜਿਹਾ ਕੁਐਸਚਨ ਹਰ ਸਾਲ ਐਗਜ਼ਾਮ 'ਚ ਆਉਂਦਾ ਹੈ। ਹਾਲਾਂਕਿ ਕੁਐਸਚਨ +1 ਲੈਵਲ ਦਾ ਹੀ ਹੈ।
ਹੁਣ एग्जाम क्वेश्चन पता की आउंदा है, तुहानूं इक्को ही गल कहणगे कि जिहड़ी जी आ परमिटिविटी है, हुण तुसीं ये दसो इस परमिटिविटी का डिमैंशनल फार्मूला की हुंदा है। हुण आपां ने की फाइंड करना है, डायमैंशनल फार्मूला +1 पढ़ते होंदे सी ना। लो हुण देखियो ध्यान नाल इसदा फार्मूला किवें बनदा है। देखो सानूं पता है जिहड़ी फोर्स है कूलम्स लॉ है, ये है जी 1/4πε0 आफ्टर दैट Q1 Q2 अपॉन R²। यही बोलते हैं ना बच्चे आपां। हुण इहदे विचों मैनूं इहदा डिमैंशनल फार्मूला चाहिदा है, तां की करो ε0 उपर लै जाओ, इनू छड्ड के बाकी साडियां जिन्नियां भी टर्म्स ने सारिਆਂ ਨੂੰ एक साइड उपर कलैक्ट कर लो। तो आपने सेम टू सेम यूनिट की तरह किया। लो जी ये हुण इसका डिमैंशनल फार्मूला किवें बनूगा। देखो पहली गल +1 ते चलते हैं। जिहड़ी बेटा फोर्स है +1 च आपां पढ़ते सी इहदा फार्मूला हुंदा है m1L1T-2। हुण जिहड़ा हुंदा डिस्टेंस इहदा फार्मूला हुंदा है L1। 4π कॉन्सटेंट है, कोई यूनिट नहीं, कोई डायमेंशन नहीं, कुछ नहीं हुंदा। इतना क्लीयर है। अगे आ जाओ। हुण एक क्वेश्चन ये है कि सर चार्ज का डिमैंशनल फार्मूला की है जी। देखो मैं तो +1 के बच्चों को पढ़ाया हुआ है, जे तुसीं किते होर पढ़े हो, शायद तुसीं ये चीज़ ना भी पढ़ी होवे, तो मैं समझा देना भी ये किवें बनदा। देखो 10th क्लास च कहंदे हुंदे सी ना, करंट हुंदा है चार्ज अपॉन टाइम। 10th क्लास याद करो। जे बेटा चार्ज लभना पै जे तो यह हो जू करंट इनटू टाइम। तो मतलब जिहड़ा तां करंट है इहदे लई हुंदा एंपीयर, ए लिखते हैं, टाइम लिए असीं लिखते हैं टी। तो करंट का डिमैंशनल फार्मूला एंपीयर, टाइम का टी, इत्थों बनता है चार्ज का ए टी। आज आप यूज़ करते हैं। देखो पहला चार्ज ए टी, दूसरा चार्ज ए टी, फोर्स की है जी m1L1T-2। डिस्टेंस वैसे L हुंदा है बट इत्थे L² हो जाना है। हुण जे असीं इहनूं सिंपलीफाई करके देखिए कि डिमैंशनल फार्मूला की बनता है, आप देखो m उपर आके बेटा -1, L1 ते 2 हो गया 3, तो ऊपर आके हो जाएगा -3। आ टी देखो -2 है, ऊपर आके प्लस हो जाना है, 2 टी पहला पे ने, तो बेटा टी कितना हो गया 4। ए 1 ते 1, सो ए भी 2 हो गया। हुण याद रखियो कि जे कोई सानू पुछे परमिटिविटी का डिमैंशनल फार्मूला की है, तो असीं इसनूं एवें फाइंड करना है। ये भी एग्जाम का वो पैट क्वेश्चन है, पता ही नहीं किन्ने बार एग्जाम के रिपीट हो चुके हैं। तो कहेंगे दसो जी परमिटिविटी का डिमैंशनल फार्मूला की है, तो एवें असीं फाइंड करते हैं डिमैंशनल फार्मूला। उम्मीद करते हैं ये गल तुहानूं क्लीयर हो गई होगी। उस तो अगली गल हुण जे बेटा असीं इसों नैक्सट चलीए, असीं जिहड़ा हुण तक कूलम्स लॉ पढ़िया है, ये उहदी स्केलर फॉर्म पढ़ी है। हुण असीं ये देखांगे कि कूलम लॉ दी स्केलर फॉर्म तो वैक्टर फॉर्म आखिरकार बनती किवें है। तो देखो बेटा किवें बनती है। +1 च आपां ने पढ़े ने स्केलर। स्केलर कौन होंदे ने, एक बार याद करिए। मैगनीट्यूड हुंदा है, डायरैक्शन नहीं हुंदी, वैक्टर अलजबरे नूं फॉलो नहीं करते। अच्छा बेटा वैक्टर कौन होंदे ने? वैक्टर वो होंदे ने जी जिन्हां कोल मैगनीट्यूड हुंदा है, डायरैक्शन भी हुंदी है, और ये वैक्टर दे अलजबरे नूं फॉलो भी करते हैं। हुण आपां ने जाना है स्केलर तो वैक्टर, बट क्वेश्चन है जी जाया किवें जाऊगा। तो पहला कंसैप्ट ते आओ। +1 का ना एक सोहना जिहा कंसैप्ट सीगा यूनिट वैक्टर। सब ने सुनिया भी होना, पढ़िया भी होना। बस सारी गेम यूनिट वैक्टर ही डिसाइड करूगा कि किवें स्केलर तो वैक्टर जाना। देखो किवें। सब तो पहला आपां याद करते हैं यूनिट वैक्टर की हुंदा सी। मान लो मेरे को एक वैक्टर है ए, यूनिट वैक्टर के उपर ना एवें कैप पा देंदे सी। आपां कहंदे सी जिहड़े वैक्टर के उपर कैप जी पै गई, हट भी बोलते हैं इसनूं, ये है जी यूनिट वैक्टर। हुंदा की सी याद करावां, कहंदे जे किसी भी वैक्टर नूं ਉਹਦੇ खुद के मैगनीट्यूड से डिवाइड कर दईए तो की बन जाता है यूनिट वैक्टर। देखो याद है कि जे असी किसी वैक्टर नूं उसके मैगनीट्यूड से डिवाइड करिए की बनता है, यूनिट वैक्टर बनता है ना। हुण अगली गल देखो, आ हो गया वैक्टर, बट ये किहदे इक्वल आ गया, एक तो मैगनीट्यूड है तो ये नाल ही की पिया यूनिट वैक्टर। हुण इत्थों समझियो जिहड़ी सारी कहानी किवें बननी है। आ बेटा मैगनीट्यूड है, तो जिहड़े मैगनीट्यूड हुंदे ने ना ये स्केलर हुंदे ने। अच्छा आ की है, ये वैक्टर है। हुण तुसीं आप सोच के दस्सिओ कि जे स्केलर तो वैक्टर बनाउणा है की करना पैंदा है, यूनिट वैक्टर ना मल्टीप्लाई। बस यही मेन कंसैप्ट है।
ਮੰਨ ਲਓ ਤੁਹਾਡੇ ਕੋਲ ਇੱਕ ਸਕੇਲਰ ਹੈ, ਤੁਸੀਂ ਇਹਨੂੰ ਵੈਕਟਰ ਬਣਾਉਣਾ ਹੈ, ਤਾਂ ਸਿੰਪਲ ਜੀ ਗੱਲ ਹੈ ਸਰ, ਸਕੇਲਰ ਨੂੰ ਯੂਨਿਟ ਵੈਕਟਰ ਨਾਲ ਮਲਟੀਪਲਾਈ ਕਰ ਦਿਓ, ਉਹ ਆਪਣੇ ਆਪ ਹੀ ਕੀ ਬਣ ਜਾਂਦਾ ਹੈ, ਵੈਕਟਰ। ਤਾਂ ਮੈਂ ਰਿਪੀਟ ਕਰ ਰਿਹਾ, ਕਿਸੇ ਵੀ ਸਕੇਲਰ ਨੂੰ ਜੇ ਯੂਨਿਟ ਵੈਕਟਰ ਨਾਲ ਮਲਟੀਪਲਾਈ ਕਰ ਦਈਏ ਤਾਂ ਉਹ ਕੀ ਬਣ ਜਾਂਦਾ ਹੈ, ਵੈਕਟਰ। ਬਸ ਇੱਥੋਂ ਹੀ ਬਣਨਾ ਹੈ ਕੂਲਮ ਲਾ ਵੈਕਟਰ ਫਾਰਮ। ਦੇਖੋ ਕਿਵੇਂ, ਜੇ ਬੇਟਾ ਅਸੀਂ ਕੂਲਮ ਲਾ ਨੂੰ ਸਕੇਲਰ ਫਾਰਮ ਦੇ ਵਿੱਚ ਲਿਖੀਏ ਤਾਂ ਸਕੇਲਰ ਫਾਰਮ ਕੀ ਹੈ, 1/4 ਪਾਈ ਐਪਸਾਈਲਨ ਨੋਟ Q1 Q2 अपॉन आर स्केयर। ਹੁਣ ਮੈਂ ਇਹਦੀ ਕਿਹੜੀ ਫਾਰਮ ਬਣਾਉਣੀ ਹੈ, ਵੈਕਟਰ ਫਾਰਮ। ਆਪਾਂ ਹੁਣੀ ਕੀ ਸਿੱਖਿਆ ਕਿ ਜੇ ਕਦੇ ਸਕੇਲਰ ਨੂੰ ਵੈਕਟਰ ਬਣਾਉਣਾ ਹੈ ਕੀ ਕਰਨਾ ਚਾਹੀਦਾ ਹੈ, ਯੂਨਿਟ ਵੈਕਟਰ ਨਾਲ ਮਲਟੀਪਲਾਈ। ਅੱਜ ਬੇਟਾ ਹੁਣ ਤੁਹਾਡੇ ਸਾਹਮਣੇ ਦੇਖਿਓ ਕੂਲਮ ਲਾਅ ਕਿਵੇਂ ਸਕੇਲਰ ਤੋਂ ਵੈਕਟਰ ਫਾਰਮ ਜਾਊਗਾ। ਆ ਕਿਹੜੀ ਫਾਰਮ ਹੈ ਸਕੇਲਰ, ਆ ਦੇਖੋ ਮੈਂ ਕੀ ਕੀਤਾ, ਸਕੇਲਰ ਨੂੰ ਯੂਨਿਟ ਵੈਕਟਰ ਨਾਲ ਮਲਟੀਪਲਾਈ। ਹੁਣ ਦੱਸੋ ਜੇ ਸਕੇਲਰ ਨੂੰ ਯੂਨਿਟ ਵੈਕਟਰ ਨਾਲ ਮਲਟੀਪਲਾਈ ਕਰ ਦਈਏ ਆਟੋਮੈਟਿਕਲੀ ਕਿਹੜੀ ਫਾਰਮ ਅੰਦਰ ਚਲਾ ਜਾਊਗਾ, ਵੈਕਟਰ ਫਾਰਮ ਅੰਦਰ ਚਲਾ ਜਾਊਗਾ ਨਾ। ਬਸ ਇਹੀ ਬੇਟਾ ਕਹਾਣੀ ਹੈ। ਹੁਣ ਆਹ ਕੂਲਮ ਲਾਅ ਦੀ ਕਿਹੜੀ ਫਾਰਮ ਹੈ, ਵੈਕਟਰ ਫਾਰਮ। ਇਹ ਕੂਲਮਸ ਲਾਅ ਦੀ ਕਿਹੜੀ ਫਾਰਮ ਹੈ, ਸਕੇਲਰ ਫਾਰਮ। ਤਾਂ ਐਵੇਂ ਅਸੀਂ ਕੂਲਮਸ ਲਾਅ ਨੂੰ ਪੜ੍ਹ ਸਕਦੇ ਹਾਂ, ਬੋਥ ਇਨ ਦਾ ਵੈਕਟਰ ਫਾਰਮ ਐਂਡ ਇਨ ਦਾ ਸਕੇਲਰ ਫਾਰਮ। ਔਰ ਉਮੀਦ ਕਰਦੇ ਹਾਂ ਕਿ ਇਹ ਕਨਸੈਪਟ ਵੀ ਤੁਹਾਡਾ ਕਲੀਅਰ ਹੋ ਗਿਆ ਹੋਣਾ। ਤਾਂ ਅੱਜ ਇੱਥੇ ਤੱਕ ਦੇ ਇਸ ਕਨਸੈਪਟ ਨੂੰ ਚੰਗੀ ਤਰ੍ਹਾਂ ਵੀਡੀਓਜ਼ ਅੰਦਰ ਦੇਖਣਾ ਹੈ। ਕਿਤੇ ਡਾਊਟ ਕੁਐਰੀ ਹੋਈ ਕਮੈਂਟ ਬਾਕਸ ਅਵੇਲੇਬਲ ਹੈ, ਜਾਂ ਤੁਸੀਂ ਮੈਨੂੰ WhatsApp ਗਰੁੱਪ ਦੇ ਵਿੱਚ ਪਾ ਸਕਦੇ ਹੋ। ਸੋ ਥੈਂਕਸ।